ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਾਹਿਬ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਜ਼ਰ ਕਰੋ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਨਜ਼ਰ ਕਰ ਦਿਓ ਮਹਾਰਾਜ। ਮਹਾਰਾਜ ਗੁਰੂ ਨਾਨਕ ਸਾਹਿਬ ਹਜ਼ੂਰ ਕਿਰਪਾ ਕਰੋ ਜੀ ਆਪਣੀ। ਵਾਹਿਗੁਰੂ ਜੀ ਮਹਾਰਾਜ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਕੀ ਹੈ ਕਿ ਅਸੀਂ ਜੀਵਨ ਨੂੰ ਆਪਣੇ ਆਪ ਨੂੰ ਸੈਂਟਰ ਲੈ ਕੇ ਜੀਂਦੇ ਹਾਂ, ਔਰ ਉਸ ਦੇ ਵਿੱਚ ਕਈ ਨੁਕਸਾਨ ਹਨ। ਮੈਂ ਜਾਣਦਾ ਵਾਂ ਕਿ ਮੈਂ ਹੀ ਜੀਵਨ ਦਾ ਸੈਂਟਰ ਹਾਂ, ਮੇਰੇ ਕਰਕੇ ਜੀਵਨ ਹੈ, ਔਰ ਮੇਰੀ ਸਮੱਸਿਆਵਾਂ, ਮੇਰੀ ਉਲਝਣਾਂ, ਮੇਰੀ ਪਰੇਸ਼ਾਨੀਆਂ, ਮੇਰੇ ਵਿਚਾਰ, ਮੇਰੇ ਪ੍ਰਸ਼ਨ ਇਹੀ ਜੀਵਨ ਹਨ। ਔਰ ਇਹਦੇ 'ਚੋਂ ਹੀ ਮੈਂ ਜੀਵਨ ਨੂੰ ਜਾਣਦਾ ਵਾਂ, ਕਿਉਂਕਿ ਮੈਂ ਇਸ ਦੇ ਅੱਗੇ ਗਿਆ ਨਹੀਂ ਕਦੇ। ਇੱਕ ਬੜੀ ਪੁਰਾਣੀ ਕਥਾ ਹੈ, ਇੱਕ ਸਟੋਰੀ ਹੈ। ਇੱਕ ਛਿਪਕਲੀ ਜਿਹੜੀ ਹੈ ਉਹ ਛੱਤ ਵਿੱਚ ਰਹਿੰਦੀ ਹੈ, ਤੇ ਉਹਦੀ ਸਹੇਲੀ ਪੁੱਛਦੀ ਹੈ ਕਿ ਚਲੋ ਦੂਸਰੇ ਕਮਰੇ ਵਿੱਚ ਚਲੀਏ, ਤਾਂ ਉਹ ਨਹੀਂ ਜਾਂਦੀ ਹੈ। ਬਾਰ-ਬਾਰ ਪੁੱਛਣ ਤੇ ਜਦੋਂ ਸਹੇਲੀ ਪੁੱਛਦੀ ਹੈ ਉਸਨੂੰ ਤੂੰ ਕਿਉਂ ਨਹੀਂ ਜਾਂਦੀ, ਤਾਂ ਛਿਪਕਲੀ ਕਹਿੰਦੀ ਹੈ ਕਿ ਤੂੰ ਜਾਣਿਆ ਨਹੀਂ ਹੈ ਕਿ ਮੈਂ ਅਗਰ ਇੱਥੋਂ ਹਟ ਗਈ ਤੇ ਛੱਤ ਗਿਰ ਜਾਏਗੀ। ਇਹ ਛੱਤ ਮੇਰੇ ਕਰਕੇ ਹੀ ਸਟੇਬਲ ਹੈ। ਕੁਝ ਇਸੇ ਤਰ੍ਹਾਂ ਅਸੀਂ ਜੀਵਨ ਨੂੰ ਜੀਂਦੇ ਹਾਂ। ਜੇ ਮੇਰੀਆਂ ਉਲਝਣਾਂ ਸੋਲਵ ਨਾ ਹੋਈਆਂ ਤਾਂ ਜੀਵਨ ਨਹੀਂ ਹੋਏਗਾ। ਜੇ ਮੈਨੂੰ ਮੇਰੇ ਸੋਲੂਸ਼ਨ ਨਹੀਂ ਲੱਭੇ ਤਾਂ ਜੀਵਨ ਨਹੀਂ ਹੈ। ਤਾਂ ਜੀਵਨ ਨੂੰ ਜਿਵੇਂ ਮੈਂ ਹੀ ਸੰਭਾਲਿਆ ਹੋਇਆ ਹੈ, ਮੈਂ ਸੈਂਟਰ ਹਾਂ ਸਾਰੀ ਸ੍ਰਿਸ਼ਟੀ ਦਾ। ਇੱਥੇ ਬੜਾ ਵੱਡਾ ਡਿਫਰੈਂਸ ਆ ਜਾਂਦਾ ਹੈ। ਅਗਰ ਮੈਂ ਸੈਂਟਰ ਹਾਂ ਸ੍ਰਿਸ਼ਟੀ ਦਾ, ਤਾਂ ਫਿਰ ਤੂੰ ਹੀ ਨਿਰੰਕਾਰ ਕੌਣ ਹੈ? 1564 ਦੀ ਜਨਮ ਹੈ ਗਲੀਲੀਓ ਦਾ। ਤੁਸੀਂ ਸ਼ਾਇਦ ਸੁਣੀ ਹੋਏਗੀ ਕਥਾ। ਜਦੋਂ ਗਲੀਲੀਓ ਨੇ ਕਿਹਾ ਕਿ ਧਰਤੀ ਸੂਰਜ ਦੇ ਆਲੇ ਦੁਆਲੇ ਚੱਲਦੀ ਹੈ, ਤਾਂ ਪੂਰਾ ਈਸਾਈ ਮਤ ਉਹਦੇ ਖਿਲਾਫ ਖੜਾ ਹੋ ਗਿਆ। ਉਹਨੂੰ ਜੇਲ੍ਹ ਵੀ ਭੇਜਿਆ, ਉਹਨੂੰ ਮਾਰਨ ਤੱਕ ਲਈ ਤਿਆਰ ਹੋ ਗਏ। ਗਲੀਲੀਓ ਬੜਾ ਪਿਆਰਾ ਪੁਰਸ਼ ਹੈ। ਇਹਨੇ ਗਲੀਲੀਅਨ ਟੈਲੀਸਕੋਪ ਪਹਿਲੇ ਇਨਵੈਂਟ ਕੀਤਾ ਸੀ। 33 ਟਾਈਮਸ ਦੀ ਮੈਗਨੀਫਿਕੇਸ਼ਨ। ਇਹਦੇ 'ਚ ਗਲੀਲੀਅਨ ਮੂਨਸ ਦਿਖਦੇ ਆ, ਜਿਹੜੇ ਜੁਪੀਟਰ ਦੇ 4 ਵੱਡੇ ਮੂਨ ਹੈਗੇ, ਉਹ ਇਸ ਦੇ ਥਰੂ ਦਿਖਦੇ ਆ। ਉਹਨਾਂ ਨੂੰ ਗਲੀਲੀਅਨ ਮੂਨ ਕਿਹਾ ਜਾਂਦਾ ਹੈ। ਤਾਂ ਇਹਨੇ ਆਪਣੇ ਅੱਖੋਂ ਦੇਖੀ ਜੋ ਸੱਤ ਦੇਖਿਆ, ਉਹਦੀ ਗੱਲ ਦੁਨੀਆ ਦੇ ਅੱਗੇ ਰੱਖੀ, ਤਾਂ ਦੁਨੀਆ ਵੈਰੀ ਹੋ ਗਈ। ਸੱਤ ਦੀ ਵੈਰੀ ਤਾਂ ਦੁਨੀਆ ਹੈ ਹੀ, ਕਿਉਂਕਿ ਝੂਠ ਵਿੱਚ ਰਹਿਣਾ ਹੈ, ਔਰ ਸੱਤ ਝੂਠ ਨੂੰ ਤੋੜ ਦੇਗਾ। ਤਾਂ ਮਹਾਰਾਜ ਫਿਰ ਕੀ ਹੋਇਆ? ਗੱਲ ਕੀ ਹੈ ਕਿ ਮੇਰਾ ਹੰਕਾਰ ਟੁੱਟਦਾ ਹੈ। ਈਸਾਈ ਮਤ ਜਾਂ ਦੁਨੀਆ ਉਸ ਵੇਲੇ ਇਹ ਮੰਨਦੀ ਹੈ ਕਿ ਧਰਤੀ ਜਿਹੜੀ ਹੈ ਸੈਂਟਰ ਹੈ ਸਾਰੇ ਯੂਨੀਵਰਸ ਦਾ। ਧਰਤੀ ਕਰਕੇ ਸਾਰਾ ਯੂਨੀਵਰਸ ਹੈ। ਬਿਲਕੁਲ ਇਸੇ ਤਰ੍ਹਾਂ ਜਿਵੇਂ ਮੈਂ ਮੰਨਦਾ ਵਾਂ ਕਿ ਮੈਂ ਸੈਂਟਰ ਹਾਂ ਸਾਰੀ ਦੁਨੀਆ ਦਾ, ਮੇਰੇ ਕਰਕੇ ਸਾਰੀ ਦੁਨੀਆ ਹੈ। ਔਰ ਇੰਨਾ ਵੱਡਾ ਭਾਰ ਮੈਂ ਆਪਣੇ ਤੇ ਲਿਆ ਹੋਇਆ ਹੈ, ਐਸੇ ਕਰਕੇ ਹੈ ਕਿਉਂਕਿ ਮੈਂ ਆਪਣੇ ਆਪ ਨੂੰ ਦੁਨੀਆ ਦਾ ਸੈਂਟਰ ਮੰਨਦਾ। ਪਰ ਗੁਰੂ ਸਾਹਿਬ ਸਾਨੂੰ ਕੁਛ ਹੋਰ ਸੰਕੇਤ ਕਰ ਰਹੇ ਹੈ। ਗੁਰੂ ਸਾਹਿਬ ਕਹਿੰਦੇ ਹੈ ਕਿ ਸੱਤ ਜਿਹੜਾ ਹੈ ਉਹ ਸੈਂਟਰ ਹੈ ਦੁਨੀਆ ਦਾ। ਇੱਕ ਓਂਕਾਰ ਉਹ ਸਰਵ ਵਿਆਪਕ ਹੈ, ਹਰ ਜਗ੍ਹਾ ਹਾਜ਼ਰ ਹੈ। ਹੁਣ ਇਸ ਭੇਦ ਵਿੱਚ ਕਈ ਫਾਇਦੇ ਨੇ। ਜਿਸ ਦਿਨ ਮੈਂ ਮੰਨ ਲਵਾਂਗਾ ਕਿ ਮੈਂ ਜੀਵਨ ਦਾ ਸੈਂਟਰ ਨਹੀਂ ਹਾਂ, ਤਾਂ ਦੂਸਰਾ ਨਿਰੰਕਾਰ ਦੀ ਹਜ਼ੂਰੀ ਜੀਵਨ ਵਿੱਚ ਆ ਜਾਏਗੀ। ਔਰ ਜਿਸ ਦਿਨ ਮੈਂ ਜਾਣ ਲਿਆ ਕਿ ਨਿਰੰਕਾਰ ਸੈਂਟਰ ਹੈ ਜੀਵਨ ਦਾ, ਉਸ ਦਿਨ ਜੀਵਨ ਸੰਕੀਰਨਤਾ ਤੋਂ ਨਿਕਲ ਕੇ ਸਰਵ ਵਿਆਪਕ ਵੱਲ ਤੁਰ ਪਏਗਾ। ਇੱਕ ਬਿੰਦੂ ਨੂੰ ਛੱਡ ਕੇ ਆਸਮਾਨ ਵੱਲ ਤੁਰ ਪਏਗਾ। ਇੱਕ ਛੋਟੇ
ਪੌਂਡ ਨੂੰ ਛੱਡ ਕੇ ਸਮੁੰਦਰ ਵੱਲ ਟੁਰ ਪਏਗਾ। ਉਸ ਦਿਨ ਜੀਵਨ ਦਾ ਵੱਖਰਾ ਹੀ ਚਾਲ ਹੋਏਗੀ ਜੀਵਨ ਦੀ, ਜਦੋਂ ਮੈਂ ਇਹ ਮੰਨ ਲਿਆ ਕਿ ਮੈਂ ਇਕੱਲਾ ਨਹੀਂ ਹਾਂ, ਇਹਦੇ ਵਿੱਚ ਹਜ਼ੂਰੀ ਨਿਰੰਕਾਰ ਦੀ ਹੈ। ਮੇਰੀ ਮੁਸੀਬਤਾਂ ਮੇਰੀਆਂ ਹੋਣਗੀਆਂ, ਪਰ ਨਿਰੰਕਾਰ ਮੇਰੇ ਨਾਲ ਹੈ। ਸਭ ਕੁਝ ਬਦਲ ਜਾਣਾ ਹੈ। ਇੱਕ ਤੇ ਇਕੱਲਾਪਨ ਚਲਾ ਗਿਆ ਜੀਵਨ ਦਾ, ਇੱਕ ਬੜਾ ਵੱਡਾ ਸਪੋਰਟ ਖੜਾ ਹੋ ਗਿਆ। ਇੱਕ ਇਹ ਮੰਨ ਲਿਆ ਗ੍ਰੈਵਿਟੀ ਜਿਹੜੀ ਹੈ, ਗ੍ਰੈਵਿਟੇਸ਼ਨਲ ਪੁੱਲ ਮੇਰੇ ਵੱਲ ਨਾ ਕਰਕੇ ਨਿਰੰਕਾਰ ਵੱਲ ਚਲੀ ਗਈ। ਸੈਂਟਰ ਆਫ ਜੀਵਨ ਜਿਹੜਾ ਹੈ ਉਹ ਅਧਿਆਤਮ ਔਰ ਸਪਿਰਿਚੁਅਲਿਟੀ ਹੋ ਗਈ, ਈਗੋ ਨਹੀਂ ਰਹੀ। ਉਹੀ ਬੱਚੇ ਨੇ, ਉਹੀ ਪਰਿਵਾਰ ਹੈ, ਉਹੀ ਕਾਰੋਬਾਰ ਨੇ, ਉਹੀ ਸੰਗੀ ਸਾਥੀ ਨੇ। ਜੀਵਨ ਨੂੰ ਦੇਖਣ ਦਾ ਤਰੀਕਾ ਬਦਲ ਗਿਆ, ਇੱਕ ਰੈਵੋਲੂਸ਼ਨ ਆ ਗਈ ਹੈ। ਦਿਖਦਾ ਉਹੀ ਸਭ ਕੁਝ ਹੈ, ਮਨ ਦੇ ਅੰਤਰ ਦੀ ਅਵਸਥਾ ਬਦਲ ਗਈ ਹੈ। ਮਹਾਰਾਜ ਜਦੋਂ ਸਾਨੂੰ ਕਹਿੰਦੇ ਹੈ ਕਿ ਕੁਝ ਹੋਰ ਹੈ ਇੱਥੇ, ਤਾਂ ਜਦੋਂ ਹੁਕਮ ਵੱਲ ਸਾਨੂੰ ਪ੍ਰੇਰਦੇ ਹੈ ਤਾਂ ਹੁਕਮ ਵਿੱਚ ਇਹੀ ਸਮਝਾ ਰਹੇ ਨੇ ਕਿ ਆਲੇ ਦੁਆਲੇ ਦੇਖੋ, ਤੁਸੀਂ ਸੈਂਟਰ ਨਹੀਂ ਹੋ ਜੀਵਨ ਦਾ। ਉਹਦਾ ਹੁਕਮ ਵਰਤਦਾ ਹਰ ਜਗ੍ਹਾ, ਉਹ ਹਾਜ਼ਰ ਹੈ ਹਰ ਜਗ੍ਹਾ ਭਾਈ। ਉਹ ਆਪਣੇ ਪ੍ਰੇਮ ਜ਼ਰੀਏ, ਉਹ ਆਪਣੀ ਵਿਦਿਆ ਜ਼ਰੀਏ ਨਿਰੰਕਾਰ ਸਾਰੀ ਸ੍ਰਿਸ਼ਟੀ ਵਿੱਚ ਵਰਤ ਰਿਹਾ ਹੈ। ਮੈਂ ਆਪਣੇ ਆਪ ਨੂੰ ਇਕੱਲਾ ਕਿਉਂ ਜਾਣਦਾ ਹਾਂ? ਮੈਂ ਆਪਣੇ ਆਪ ਨੂੰ ਇੱਕ ਬੋਝਲ ਵਸਤੂ ਕਿਉਂ ਲੈ ਕੇ ਚੱਲ ਰਿਹਾ? ਮਨ ਵਰਗੀ ਇੰਨਾ ਭਾਰੀ ਮਨ ਕਰਕੇ ਕਿਉਂ ਚੱਲਦਾ ਹਾਂ ਮਹਾਰਾਜ? ਦੇਖੋ ਹਜੂਰ, ਗੱਲ ਕੀ ਹੈ ਕਿ ਦੇਖਣ ਦੇ ਜ਼ਰੀਏ ਨਾਲ ਸਾਰਾ ਜੀਵਨ ਬਦਲ ਜਾਂਦਾ ਹੈ। ਉਸ ਤੋਂ ਇੱਕ ਹੋਰ ਨੈਕਸਟ ਸਟੈਪ ਆਉਂਦਾ ਹੈ ਕਿ ਮੇਰੇ ਜੀਵਨ ਦੀ ਅਰਦਾਸ ਬਦਲ ਜਾਂਦੀ ਹੈ। ਇੱਕ ਵਿੱਚ ਮੈਂ ਸਦਾ ਹੀ ਮਰਾ ਕਹੀ ਜਾਂਦਾ ਹਾਂ ਕਿ ਮੈਂ ਮਰ ਗਿਆ, ਮੈਨੂੰ ਦਿੱਕਤ ਹੋ ਗਈ, ਮੈਂ ਕਦੇ ਵੀ ਸੁਖੀ ਨਹੀਂ ਹਾਂ, ਮੈਂ ਸਦਾ ਹੀ ਪਰੇਸ਼ਾਨ ਹਾਂ, ਮੈਂ ਹੀ ਮੈਂ ਹਾਂ। ਔਰ ਇੱਕ ਵਿੱਚ ਤੂੰ ਹੈ, ਤੂੰ ਹੀ ਨਿਰੰਕਾਰ ਹੈ, ਮੈਂ ਨਹੀਂ ਵੀ ਹਾਂ ਤਾਂ ਤੂੰ ਹੈ। ਔਰ ਜਦੋਂ ਅਵਸਥਾ ਹਾਸਲ ਹੋ ਜਾਂਦੀ ਹੈ, ਮਹਾਰਾਜ ਸਮਝਾਉਂਦੇ ਨੇ ਕਿ ਸੱਚ ਸਭਨਾ ਹੋਏ ਦਾਰੂ, ਪਾਪ ਕੱਢੇ ਤੋਏ। ਇੱਕ ਦਾਰੂ ਮਿਲ ਗਈ, ਇੱਕ ਨਸ਼ਾ ਮਿਲ ਗਿਆ, ਇੱਕ ਦਵਾ ਮਿਲ ਗਈ। ਉਹ ਸੱਚ ਜਿਹੜਾ ਗੁਰੂ ਨਾਨਕ ਸਾਹਿਬ ਨੇ ਸਤਨਾਮ ਵਿੱਚ ਸਾਨੂੰ ਸਮਝਾਇਆ, ਇੱਕ ਓਂਕਾਰ ਤੋਂ ਨਾਲ ਲਿੰਕ ਕਰਕੇ ਸਾਨੂੰ ਉਹਦੀ ਗੱਲ ਕੀਤੀ, ਉਹ ਸਾਡੀ ਦਾਰੂ ਬਣ ਗਿਆ। ਸਾਡੇ ਜੀਵਨ ਦਾ ਅੰਤਰ ਦਾ ਚੇਂਜ ਲੈ ਆਇਆ, ਔਰ ਸਭ ਕੁਝ ਸਾਡੇ ਪਾਪ ਧੋ ਦਿੱਤੇ, ਪਾਪ ਸਾਡੇ ਕੱਢਤੇ। ਤਾਂ ਮਹਾਰਾਜ ਸਾਨੂੰ ਐਸੇ ਸੱਚ ਵੱਲ ਪ੍ਰੇਰਦੇ ਨੇ। ਜਦੋਂ ਹੁਕਮ ਦੀ ਗੱਲ ਛੇੜਦੇ ਹੈ ਤਾਂ ਇਹ ਸਾਰੀ ਸ੍ਰਿਸ਼ਟੀ ਦਾ ਜਿਹੜਾ ਪਸਾਰਾ ਹੈ, ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੈ। ਮੈਨੂੰ ਜੋ ਲੱਗਦਾ ਹੈ ਕਿ ਮੈਂ ਦੁਨੀਆ ਦਾ ਸੈਂਟਰ ਨਹੀਂ ਹਾਂ, ਦੁਨੀਆ ਦਾ ਸੈਂਟਰ ਨਿਰੰਕਾਰ ਹੈ। ਤੂੰ ਹੀ ਨਿਰੰਕਾਰ। ਬੜਾ ਔਖਾ ਹੈ ਕਹਿਣਾ, ਕਿਉਂਕਿ ਸਾਰੀ ਜ਼ਿੰਦਗੀ ਮੈਂ ਇਹੀ ਸਮਝਿਆ ਹੈ ਕਿ ਦੁਨੀਆ ਦਾ ਸੈਂਟਰ ਤੇ ਮੈਂ ਹੀ ਹਾਂ ਭਾਈ। ਮੈਂ ਹੀ, ਔਰ ਮੇਰੀ ਮੁਸੀਬਤਾਂ ਔਰ ਮੇਰੀ ਦਿੱਕਤਾਂ ਔਰ ਮੇਰੀ ਪਰੇਸ਼ਾਨੀਆਂ ਹੀ ਸਾਰਾ ਅੰਤ ਨੇ। ਇਸ ਕਰਕੇ ਪਰਸਪੈਕਟਿਵ ਆਫ ਜੀਵਨ ਵੀ ਬੜਾ ਫਰਕ ਹੋ ਜਾਂਦਾ ਹੈ ਮਹਾਰਾਜ। ਕੁਝ ਸਮਾਂ ਪਹਿਲਾਂ ਇੱਕ ਵੀਰ ਨੇ ਮਦਰ ਟਰੀਸਾ ਦੀ ਗੱਲ, ਸ਼ਾਇਦ ਮੈਂ ਹੀ ਛੇੜੀ ਹੋਣੀ ਹੈ, ਸੇਵਾ ਦੀ ਗੱਲ ਚਲਾਈ ਸੀ ਕਿ ਜੋ ਸੇਵਾ ਕਰਦਾ ਹੈ, ਵਰਲਡ ਵਿਊ ਦੀ ਸੇਵਾ ਕਰਦਾ ਹੈ। ਮੈਂ ਉਸ ਦਿਨ ਮਦਰ ਟਰੀਸਾ ਦੀ ਜਦੋਂ ਜੀਵਨੀ ਪੜ੍ਹਦਾ ਸੀ ਤੇ ਉਹਦੇ ਵਿੱਚ ਇੱਕ ਜਗ੍ਹਾ ਇਹੋ ਜਿਹੀ ਆਈ ਜਿੱਥੇ ਮਨ ਬੜਾ ਉਚਾਟ ਹੋ ਗਿਆ, ਖੜਾ ਹੋ ਗਿਆ। ਇੰਨੀ ਸੇਵਾ ਕਰਕੇ ਮਦਰ ਇੱਕ ਜਗ੍ਹਾ ਲਿਖਦੇ ਹੈ ਕਿ ਰੱਬ ਹੈ ਨਹੀਂ, ਉਹਨਾਂ ਦੀ ਡਾਇਰੀ 'ਚ ਹੈ, ਦਰਜ ਹੈਗਾ ਹੈ।
ਉਹਨਾਂ ਨੇ ਇੰਨਾ ਪੇਨ ਦੇਖਿਆ, ਇੰਨਾ ਦਰਦ ਦੇਖਿਆ, ਉਹਨੂੰ ਪ੍ਰੋਸੈਸ ਸ਼ਾਇਦ ਨਾ ਕਰ ਪਾਏ, ਪਰ ਮੂੰਹ ਉਹਨਾਂ ਨੇ ਫੇਰ ਲਿਆ। ਉਹਨਾਂ ਨੇ ਕਿਹਾ ਰੱਬ ਨਹੀਂ ਹੈ, ਜੇ ਇੰਨਾ ਦੁੱਖ ਹੈ ਤਾਂ ਰੱਬ ਨਹੀਂ ਹੈ। ਇਹ ਗੱਲ ਉੱਥੇ ਹੀ ਆ ਕੇ ਚੱਲਦੀ ਹੈ। ਇਹ ਬੜਾ ਔਖਾ ਹੈ ਇਸ ਤਰ੍ਹਾਂ, ਕਿਉਂਕਿ ਇਹਦਾ ਵਿਜ਼ਨ ਜਿਹੜਾ ਹੈ ਦੇਖਣਾ ਬੜਾ ਮੁਸ਼ਕਿਲ ਹੈ। ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੈ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਬਾਬਰ ਬਾਣੀਆਂ ਚੋਂ ਇੱਕ ਸ਼ਬਦ ਹੈ। ਉੱਥੇ ਹੀ ਬਾਬਰ ਬਾਣੀਆਂ ਚੋਂ ਇੱਕ ਸ਼ਬਦ ਹੋਰ ਵੀ ਹੈ, ਜਿਹਦੇ ਚ ਮਹਾਰਾਜ ਕਹਿੰਦੇ ਕਿ ਇੰਨਾ ਕੁਝ ਹੋ ਗਿਆ ਤੈਂ ਕੀ ਦਰਦ ਨਾ ਆਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਅੱਜ ਅਸੀਂ ਇਸ ਵਿਸ਼ਵਾਸ ਤੇ ਚੱਲਦੇ ਹਾਂ ਕਿ ਗੁਰੂ ਸਾਹਿਬ ਨੇ ਉਹ ਦਰਦ ਨੂੰ ਦੇਖਿਆ ਹੈ, ਔਰ ਕੁਝ ਵੀਰ ਇਸ ਤਰ੍ਹਾਂ ਦਾ ਇਹਦਾ ਐਕਸਪਲੇਨੇਸ਼ਨ ਵੀ ਦਿੰਦੇ ਹੈ ਕਿ ਇਹਦਾ ਮਤਲਬ ਇਹ ਹੈ ਕਿ ਮਹਾਰਾਜ ਉਹਨੂੰ ਵਿਟਨੈਸ ਕਰ ਰਹੇ ਹੈ। ਇਹ ਜਾਣਨ ਮੈਂ ਆਪ ਨੂੰ ਇਸ ਵੱਲ ਪ੍ਰੇਰਨਾ ਚਾਹੁੰਦਾ ਵਾਂ ਕਿ ਦਰਦ ਔਰ ਦੁੱਖ ਜਿਹੜਾ ਹੈ ਇਹ ਉਹਦੇ ਹੁਕਮ ਦੇ ਵਿੱਚ ਵਿਆਪਕ ਚੱਲਦਾ ਹੈ। ਗੁਰੂ ਸਾਹਿਬ ਜਦੋਂ ਉਹਦੇ ਨਾਲ ਜੁੜ ਕੇ ਚੱਲਦੇ ਹੈ, ਉਹਨਾਂ ਦੀ ਬਾਣੀ ਦਾ ਮਤਲਬ ਕੁਝ ਹੋਰ ਨਿਕਲਦਾ ਹੈ। ਉਹਨਾਂ ਨੇ ਉਸ ਦਰਦ ਨੂੰ ਵਿਟਨੈਸ ਕੀਤਾ ਹੈ। ਪਰ ਸੁੱਖ ਔਰ ਦੁੱਖ ਔਰ ਇਹ ਦਰਦ ਜਿਹੜੇ ਨੇ ਇਹ ਦੁਨੀਆ ਵਿੱਚ ਵਾਪਰ ਰਹੇ ਨੇ, ਹੁਣ ਵੀ ਵਾਪਰ ਰਹੇ ਨੇ। ਸਾਡੇ ਆਲੇ ਦੁਆਲੇ ਵੀ ਅੱਜ ਕੱਲ੍ਹ ਉਹਦੀ ਵਿਟਨੈਸ ਸਾਨੂੰ ਦਿਖਦੀ ਹੈ। ਜਦੋਂ ਅਸੀਂ ਹੁਕਮ ਨੂੰ ਨਾ ਜਾਣ ਕੇ ਜੀਵਨ ਨੂੰ ਦੇਖਾਂਗੇ ਤਾਂ ਕਿਉਂਕਿ ਸਾਡਾ ਦਰਦ ਸਾਡੇ ਵਿਊ ਵਿੱਚ ਜ਼ਿਆਦਾ ਹੈ, ਇਸ ਕਰਕੇ ਸਾਨੂੰ ਦੁਨੀਆ ਸਾਰਾ ਦਰਦ ਦੀ ਭਰੀ ਦਿਖੇਗੀ। ਉਦੋਂ ਅਸੀਂ ਵੀ ਪੁੱਛਾਂਗੇ ਕਿ ਨਿਰੰਕਾਰ ਕਿੱਥੇ ਹੈ ਜੇ ਇੰਨਾ ਦਰਦ ਹੈਗਾ ਤੇ। ਪਰ ਸਾਡੇ ਕੋਲ ਉਸ ਹੁਕਮ ਦਾ ਵਿਊ ਨਹੀਂ ਹੈ, ਜਿਹੜਾ ਹੁਕਮ ਹਰ ਜਗ੍ਹਾ ਪਸਰ ਰਿਹਾ ਹੈ, ਜਿਹੜੇ ਹੁਕਮ ਦੇ ਵਿੱਚ ਹੋਰ ਵੀ ਕਈ ਕੁਆਲਿਟੀਜ਼ ਨੇ ਜਿਨ੍ਹਾਂ ਨੂੰ ਅਸੀਂ ਨਹੀਂ ਜਾਣਦੇ ਹਾਂ। ਤਾਂ ਇਹ ਲਾਜ਼ਮੀ ਹੈ, ਕਿਉਂਕਿ ਮੇਰਾ ਵਿਜ਼ਨ ਜਿਹੜਾ ਹੈ ਉਹ ਬੜਾ ਲਿਮਿਟਿਡ ਹੈ। ਇਸ ਕਰਕੇ ਮੈਂ ਉਸ ਵਿਜ਼ਨ ਨੂੰ ਨਹੀਂ ਜਾਣ ਪਾਉਂਦਾ ਜਿਹੜਾ ਅਪਾਰ ਹੈ, ਇਨਫਾਈਨਾਈਟ ਹੈ, ਸਦਾ ਲਈ ਹੈ, ਔਰ ਜਿਹਦੇ ਅੰਦਰ ਆਨੰਦ ਦੀ ਵਰਖਾ ਸਦਾ ਹੋ ਰਹੀ ਹੈ। ਅਸੀਂ ਅੱਗੇ ਚੱਲ ਕੇ ਅੰਮ੍ਰਿਤ ਵਿਚਾਰਾਂਗੇ, ਅੰਮ੍ਰਿਤ ਕੀ ਹੈ। ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਹੈ ਸਾਨੂੰ ਕਿ ਅੰਮ੍ਰਿਤ ਨਾਮ ਅੰਮ੍ਰਿਤ ਵੇਲਾ। ਤਾਂ ਸਾਹਿਬ ਦੀ ਅਸੀਂ ਹੁਕਮ ਦੀ ਗੱਲ ਤੇ ਪਹਿਲੇ ਚੱਲਦੇ ਹਾਂ ਕਿ ਮਹਾਰਾਜ ਨੇ ਸਾਨੂੰ ਹੁਕਮ ਵੱਲ ਪ੍ਰੇਰਿਆ ਤਾਂ ਸਮਝਾਇਆ ਕੀ ਹੈ। ਹੁਕਮ ਦੀ ਇਹਨਾਂ ਪੌੜੀਆਂ ਦੇ ਵਿੱਚ ਜਿਹੜੀ ਅੱਗੇ ਆ ਰਹੀ ਹੈ, ਉਸ ਤੋਂ ਪਹਿਲਾਂ ਅਸੀਂ ਸ਼ੁਰੂ ਕਰੀਏ ਕਿ ਮਹਾਰਾਜ ਨੇ ਕਿਵ ਸਚਿਆਰਾ ਹੋਈ ਇਹਦੀ ਗੱਲ ਛੇੜ ਦਿੱਤੀ ਸਾਡੇ ਨਾਲ। ਤਾਂ ਸਾਡਾ ਮੁੱਖ ਸਚਿਆਰ ਵੱਲ ਹੋਣ ਲਈ ਪ੍ਰੇਰਿਤ ਕੀਤਾ ਹੈ। ਜੇ ਮੈਂ ਸਚਿਆਰ ਵੱਲ ਨਹੀਂ ਦੇਖਾਂਗਾ ਤਾਂ ਇਹ ਪ੍ਰਸ਼ਨ ਮੈਨੂੰ ਰੁਕੇਗਾ ਨਹੀਂ, ਕਿਉਂਕਿ ਮੈਂ ਉਸ ਪ੍ਰਸ਼ਨ ਨੂੰ ਆਪਣਾ ਬਣਾਇਆ ਹੀ ਨਹੀਂ ਹੈ। ਕਿਵੇਂ ਸਚਿਆਰਾ ਹੋਈਏ, ਮੈਂ ਕਿਵੇਂ ਸੱਚਾ ਹੋਵਾਂਗਾ, ਮੈਂ ਕਿਵੇਂ ਸੱਚਾ ਬਣ ਜਾਵਾਂਗਾ, ਸੱਚ ਬਣ ਜਾਵਾਂਗਾ, ਕਿਵੇਂ ਇਹ ਕੂੜ ਦੀ ਪਾਲ ਟੁੱਟੇਗੀ। ਮਹਾਰਾਜ ਨੇ ਕਹੀ ਦਿੱਤਾ ਹੈ ਕਿ ਸਾਡੀ ਕੂੜ ਦੀ ਪਾਲ ਸਾਡੇ ਅੰਦਰ ਹੈ। ਤਾਂ ਨਾਲ ਫਿਰ ਸੰਕੇਤ ਹੁਕਮ ਵੱਲ ਕਰਦੇ ਹੈ, ਭਾਈ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੈ। ਇਹਦਾ ਮਤਲਬ ਇੱਕ ਹੁਕਮ ਹੈ ਜਿਹੜਾ ਮੇਰੇ ਆਲੇ ਦੁਆਲੇ ਹੈ, ਔਰ ਉਸ ਨੂੰ ਮੈਂ ਜਾਣ ਕੇ ਉਹਦੀ ਰਜ਼ਾ ਵਿੱਚ ਚੱਲਣਾ ਹੈ। ਮੈਂ ਔਰ ਮੇਰੀ ਔਰ ਮਾਈਨ ਇੱਥੇ ਫੋਕਸ ਨਹੀਂ ਹੈ। ਮੈਨੂੰ ਲੱਗਦਾ ਹੈ ਸਭ ਤੋਂ ਜ਼ਰੂਰੀ ਗੱਲ ਇਹ ਪਕੜਨੇ ਵਾਲੀ ਹੈ ਕਿ ਮੈਂ ਜੀਵਨ ਨੂੰ ਸਿਰਫ ਆਪਣੇ ਦਾਇਰੇ ਦੇ ਅੰਦਰ ਅੰਦਰ ਦੇਖਦਾ ਵਾਂ, ਉਹਦੇ ਬਿਯੋਂਡ ਨਹੀਂ ਜਾਣਦਾ। ਪਰ ਇਹ ਸਾਰੀ ਸ੍ਰਿਸ਼ਟੀ ਇੱਕ ਹੁਕਮ ਹੈ ਜਿਹੜਾ ਵਰਤਦਾ ਪਿਆ ਹੈ, ਔਰ ਉਸ ਹੁਕਮ ਨੂੰ ਜਾਣ ਲੈਣਾ, ਜੀ ਲੈਣਾ, ਗੁਰੂ ਨਾਨਕ ਸਾਹਿਬ ਨੇ ਦੇ ਆਦੇਸ਼ ਅਨੁਸਾਰ ਸੱਚ ਨੂੰ ਜੀ ਲੈਣਾ ਹੈ। ਤਾਂ ਮਹਾਰਾਜ ਨੇ ਸਾਨੂੰ ਇਹ ਹੁਕਮ ਰਜ਼ਾਈ ਦੀ ਗੱਲ ਕੀਤੀ ਹੈ। ਤਾਂ ਰਜ਼ਾ ਮੇਰੀ ਨਹੀਂ ਹੈ। ਮੇਰੀ ਮਤਲਬ ਕੀ ਹੈ, ਮੇਰੀ ਵਿਲ ਨਹੀਂ ਹੈ ਇੱਥੇ ਇੰਪੋਰਟੈਂਟ। ਮੇਰਾ ਮਨ ਦਾ ਜੋ ਫੁਰਨਾ ਹੈ ਜਾਂ ਜੋ ਮੇਰੇ ਮਨ ਦੀ ਡਿਮਾਂਡ ਹੈ ਉਹ ਫੋਕਸ ਨਹੀਂ ਹੈ। ਕਿਉਂਕਿ ਹੁਕਮ ਦਾ ਇੱਕ ਪਹਿਲੂ
ਆਸਾ ਦੀ ਵਾਰ ਵਿੱਚ ਮਹਾਰਾਜ ਨੇ ਖੋਲਿਆ ਵੀ ਹੈ, ਜਿਹਦੇ ਵਿੱਚ ਮੈਂ ਸੈਂਟਰ ਹਾਂ। ਮਹਾਰਾਜ ਕਹਿੰਦੇ ਨੇ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣਾ। ਕਿ ਅੱਗੇ ਦਾ ਜਿਹੜਾ ਰਾਹ ਹੈ ਉਹ ਪੀੜਾ ਹੈ ਭਾਈ, ਅਗਰ ਆਪਣੇ ਹੁਕਮ ਵਿੱਚ ਚੱਲਣਾ ਹੈ। ਤੇ ਇੱਥੇ ਇਹ ਵੀ ਸੈਂਟਰ, ਜਿਸ ਹੁਕਮ ਵਿੱਚ ਮੈਂ ਸੈਂਟਰ ਹਾਂ, ਉਹ ਮੈਨੂੰ ਕਿੱਥੇ ਲਿਜਾ ਰਿਹਾ? ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖੜਾ ਡਰਾਵਣਾ। ਇਸ ਪੌੜੀ ਬੜੀ ਪਿਆਰੀ ਹੈ ਬੜੀ। ਦਰਅਸਲ ਗੁਰੂ ਸਾਹਿਬ ਸਾਨੂੰ ਫਿਜ਼ੀਕਲ ਤੋਂ ਤੋੜਦੇ ਨੇ। ਜਿਹੜੀ ਅਸੀਂ ਫਿਜ਼ੀਕਲ ਬਿਊਟੀ, ਜਿਹੜਾ ਅੱਜ ਸੈਂਟਰ ਬਣ ਗਿਆ ਸਾਰੀ ਸ੍ਰਿਸ਼ਟੀ, ਸਾਰੀ ਸੁਸਾਇਟੀ ਦਾ, ਏਜਿੰਗ, ਬਿਊਟੀ, ਇਹ ਸਾਰੀ ਚੀਜ਼ਾਂ ਸੈਂਟਰ ਬਣ ਗਈ ਹੈ। ਕੱਪੜ ਰੂਪ ਸੁਹਾਵਨਾ, ਛੜ ਦੁਨੀਆ ਅੰਦਰ ਜਾਵਨਾ। ਕਹਿੰਦੇ ਨੇ ਜਿਹੜੇ ਕੱਪੜੇ ਨੇ ਸੋਹਣੇ, ਰੂਪ ਹੈ ਸੋਹਣਾ, ਇਹ ਤੇ ਚੜ ਜਾਣਾ ਹੈ। ਇਹ ਤੇ ਅੱਗ ਵਿੱਚ, ਇਸ ਸਰੀਰ ਨੂੰ ਅੱਗ ਵਿੱਚ ਬਾਲ ਦੇਣਗੇ ਜਦੋਂ ਖਤਮ ਹੋਈ ਕਹਾਣੀ। ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਆਪਣੇ ਕਰਮਾਂ ਦੇ ਹਿਸਾਬ ਨਾਲ ਸਾਨੂੰ ਆਪਣਾ ਆਪਣਾ ਹਿਸਾਬ ਮਿਲ ਜਾਣਾ ਹੈ। ਪਰ ਨਾਲ ਜਿਹੜਾ ਅੱਗੇ ਆਦੇਸ਼ ਕਰਦੇ ਆ, ਹੁਕਮ ਕੀਏ ਮਨ ਭਾਵਦੇ, ਰਾਹ ਭੀੜੇ ਅੱਗੇ ਜਾਵਣ। ਕਿ ਜੋ ਹੁਕਮ ਮੈਂ ਕਰਦਾ ਹਾਂ, ਹੁਕਮ ਕੀਏ ਮਨ ਭਾਵਦੇ, ਮਨ ਦੇ ਭਾਵ ਦੇ ਹੁਕਮ ਕਰਨੇ, ਆਪਣੇ ਆਪ ਨੂੰ ਸੈਂਟਰ ਬਣਾ ਕੇ ਹੁਕਮ ਕਰਨਾ, ਤਾਂ ਭੀੜੇ ਰਾਹ ਵਿੱਚ ਜਾਣ ਦੀ ਮਤਲਬ, ਪੀੜਾ ਰਾਹ ਕੀ ਹੋਇਆ? ਨੈਰੋ ਐਲੀਜ਼, ਛੋਟੀ ਗਲੀਆਂ, ਜਿੱਥੇ ਓਪਰਚੁਨਿਟੀਜ਼ ਘੱਟ ਜਾਣ, ਜਿੱਥੇ ਫਰੀडम ਘੱਟ ਜਾਏ, ਟਰੈਪ ਹੋ ਜਾਏ ਇਨਸਾਨ। ਤਾਂ ਨਾਲ ਦੱਸਦੇ, ਨੰਗਾ ਦੋ ਜਗ ਚਾਲਿਆ ਤਾਂ ਦਿਸੇ ਖੜਾ ਡਰਾਵਣਾ। ਕਿ ਉਹ ਤਾਂ ਅੱਗੇ ਕਾਲ ਖੜਾ ਹੈ, ਉਸ ਤੋਂ ਡਰ ਲੱਗੇਗਾ ਹੁਣ, ਕਿਉਂਕਿ ਮੇਰੇ ਜੀਵਨ ਦਾ ਸੈਂਟਰ ਮੇਰਾ ਹੁਕਮ ਹੈ। ਨਿਰੰਕਾਰ ਦਾ ਹੁਕਮ ਨੂੰ ਮੈਂ ਨਹੀਂ ਜਾਣਿਆ ਹੈ। ਦੋਨਾਂ ਵਿੱਚ ਇਹ ਰਿਜ਼ਲਟ ਦਾ ਫਰਕ ਹੈ, ਜੀਵਨ ਦੀ ਚਾਲ ਦੀ ਵੀ ਫਰਕ ਹੈ। ਕਿਉਂਕਿ ਜਦੋਂ ਅਸੀਂ ਹੁਕਮ ਦੇ ਵਿੱਚ ਚੱਲਦੇ ਹਾਂ ਨਿਰੰਕਾਰ ਦੇ, ਤਾਂ ਨਿਰੰਕਾਰ ਨੂੰ ਹਾਜ਼ਰ ਜਾਣਦੇ ਹਾਂ, ਨਿਰੰਕਾਰ ਨੂੰ ਨਾਲ ਜਾਣਦੇ ਹਾਂ, ਨਿਰੰਕਾਰ ਨੂੰ ਜੀਵਨ ਦਾ ਹਿੱਸਾ ਜਾਣਦੇ ਹਾਂ, ਆਪਣੇ ਆਪ ਨੂੰ ਨਿਰੰਕਾਰ ਦਾ ਹਿੱਸਾ ਜਾਣਦੇ ਹਾਂ। ਬੜਾ ਫਰਕ ਹੋ ਜਾਂਦਾ ਜੀਵਨ ਦਾ। ਕੀ ਮੈਂ ਇਸ ਤਰ੍ਹਾਂ ਸੋਚਦਾ ਵਾਂ ਕਿ ਮੈਨੂੰ ਇੱਥੇ ਸੋਚਣ ਦੀ ਲੋੜ ਹੈ ਇਸ ਤਰ੍ਹਾਂ, ਕਿ ਆਪਣੇ ਆਪ ਨੂੰ ਸਮਝਾਉਣ ਦੀ ਲੋੜ ਹੈ ਕਿ ਇੱਥੇ ਤਾਂ ਹੁਕਮ ਵਰਤਦਾ ਪਿਆ, ਮੈਂ ਉਹਦਾ ਪਾਰਟ ਹਾਂ। ਮੈਂ ਆਪ ਨੂੰ ਇਹ ਨਹੀਂ ਕਹਿ ਰਿਹਾ ਕਿ ਅਸੀਂ ਜੀਵਨ ਬਾਰੇ ਇਰਰਿਸਪੌਂਸਿਬਲ ਹੋ ਜਾਈਏ। ਮੈਂ ਆਪ ਨੂੰ ਇਹ ਬੇਨਤੀ ਕਰਦਾ ਕਿ ਜੀਵਨ ਦੀ ਉਹੀ ਰਿਸਪੌਂਸਿਬਿਲਿਟੀਜ਼ ਨੂੰ ਹੋਰ ਤਰ੍ਹਾਂ ਦੇਖਣ ਦੀ ਲੋੜ ਹੈ, ਜਿਹੜਾ ਕਿ ਸੱਚ ਰੂਪ ਹੈ, ਜਿਹਦੇ 'ਚ ਵੀ ਸੱਚ ਹੈ। ਅਲਟੀਮੇਟ ਪਾਵਰ ਜਿਹੜੀ ਹੈ ਮੇਰੇ ਕੋਲ ਨਹੀਂ ਹੈ, ਅਲਟੀਮੇਟ ਡਿਸੀਜਨ ਮੇਕਿੰਗ ਵੀ ਮੇਰੇ ਕੋਲ ਨਹੀਂ ਹੈ, ਅਲਟੀਮੇਟ ਐਨਰਜੀ ਵੀ ਮੇਰੇ ਕੋਲ ਨਹੀਂ ਹੈ। ਮੈਂ ਇੱਕ ਇੰਸਟਰੂਮੈਂਟ ਹਾਂ ਇਹਦੇ ਵਿੱਚ, ਜਿਹੜਾ ਉਹਦਾ ਹੁਕਮ ਵਰਤ ਰਿਹਾ ਹੈ। ਹਾਂ, ਉਸ ਵਿੱਚ ਜੋ ਮੇਰਾ ਬਲ ਸ਼ਕਤੀ ਮੈਨੂੰ ਅਪਲਾਈ ਕਰਨੀ ਹੈ, ਉਹ ਕਰਨੀ ਚਾਹੀਦੀ ਹੈ। ਉਹ ਬਲਕਿ ਜਦੋਂ ਅਸੀਂ ਹੁਕਮ ਦੇ ਨਾਲ, ਇਹ ਮਹਾਰਾਜ ਅੱਗੇ ਸਮਝਾਉਣਗੇ ਵੀ ਸਾਨੂੰ, ਜਦੋਂ ਹੁਕਮ ਦੇ ਨਾਲ ਇੱਕਮਿਕ ਹੋ ਜਾਏਗਾ ਇਨਸਾਨ, ਤਾਂ ਫਿਰ ਉਹ ਆਪਣਾ ਆਪ ਨਹੀਂ ਰਹੇਗਾ, ਫਿਰ ਉਹਦੇ ਕਰਮ ਵੀ ਆਪਣੇ ਨਹੀਂ ਰਹਿਣਗੇ। ਫਿਰ ਉਹੀ ਹੁਕਮ ਜਿਵੇਂ ਹੋਏਗਾ ਤਿਵੇਂ ਜੀਵਨ ਹੋਏਗਾ। ਜਿਵ ਜਿਵ ਹੁਕਮ ਤਿਵੇਂ ਤਿਵਕਾਰ। ਤਾਂ ਉਸ ਵੇਲੇ ਫਿਰ ਕੌਨਫਲਿਕਟ ਨਹੀਂ ਰਹੇਗਾ। ਇਸ ਵੇਲੇ ਮੇਰੇ ਮਨ ਵਿੱਚ ਕੌਨਫਲਿਕਟ ਬੜਾ ਹੈ ਕਿ ਮੈਂ ਕੌਣ ਹਾਂ, ਇਹ ਹੁਕਮ ਕੀ ਹੈ, ਤੇ ਇਹ ਹੁਕਮ ਨਾਲ ਮੇਰਾ ਰਿਲੇਸ਼ਨ ਕੀ ਹੈ, ਤੇ ਇਹ ਕਿੱਥੇ ਮੈਨੂੰ ਅਪਲਾਈ ਕਰਨਾ ਹੈ ਜੀਵਨ ਦੇ ਅੰਦਰ। ਇਹ ਥੋੜ੍ਹੀ ਜਿਹੀ ਡਾਈਕੋਟਮੀ ਇੱਥੇ ਇਸ ਕਰਕੇ ਹੈ ਕਿਉਂਕਿ ਹੁਕਮ ਦਾ ਐਟੀਟਿਊਡ ਮੇਰੇ ਜੀਵਨ 'ਚ ਨਹੀਂ ਹੈ ਹਾਲੇ। ਬਾਣੀ ਨੂੰ ਮੈਂ ਨਾਮ ਦੇ ਨਾਲ ਉਸ ਤਰ੍ਹਾਂ ਨਹੀਂ ਜੋੜਿਆ ਹੈ ਕਿ ਮੇਰਾ ਮਨ ਅਰਪਣ ਹੋ ਜਾਏ ਪ੍ਰੇਮ ਵਿੱਚ। ਜਿਸ ਦਿਨ ਮੇਰਾ ਅਰਪਣ ਹੋ ਜਾਂਦਾ ਹੈ ਮਨ ਪ੍ਰੇਮ ਵਿੱਚ, ਤਾਂ ਹੁਕਮ ਪ੍ਰੇਮ ਬਣ ਜਾਂਦਾ ਹੈ, ਤਾਂ ਹੁਕਮ ਆਨੰਦ ਬਣ ਜਾਂਦਾ ਹੈ, ਤਾਂ ਹੁਕਮ ਉਸ ਵੇਲੇ ਵਿਕਾਸ ਬਣ ਜਾਂਦਾ ਹੈ। ਜਿਵੇਂ ਉਹ ਦਿਨ ਅਸੀਂ ਗੱਲ ਵਿਚਾਰੀ ਸੀ, ਵੀਰ ਨੇ ਦੱਸਿਆ ਵੀ ਸੀ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਇਸ ਨਾਮ ਨਾਲ ਕੀ ਆਉਂਦਾ ਹੈ? ਆਨੰਦ ਆਉਂਦਾ ਹੈ, ਸੰਤੋਖ ਆਉਂਦਾ ਹੈ, ਸੁੱਖ ਆਉਂਦਾ ਹੈ, ਵਿਕਾਸ ਆਉਂਦਾ ਹੈ, ਔਰ ਉਹਦਾ ਹੁਕਮ ਨਾਲ ਚੱਲਦਾ ਹੈ।
ਨਾਮ ਔਰ ਹੁਕਮ ਜਨ ਇੱਕੋ ਚੀਜ਼ ਨੇ ਤਾਂ ਮੇਰੇ ਜੀਵਨ ਨੂੰ ਪਲਟਣ ਦੀ ਸ਼ਮਤਾ ਨਾਮ ਵਿੱਚ ਹੈ। ਪਰ ਮੈਂ ਨਾਮ ਵਿੱਚ ਕਿਸ ਤਰ੍ਹਾਂ ਉਤਰ ਰਿਹਾ? ਜਿੱਦਣ ਬੀਬਾ ਕਹਿ ਰਹੇ ਸਨ ਮੈਂ ਅੱਜ ਬਹੁਤ ਪਰੇਸ਼ਾਨ ਹਾਂ, ਮੈਨੂੰ ਆਪਣਾ ਆਪ ਨਹੀਂ ਸਮਝ ਆ ਰਿਹਾ ਹੈ, ਤਾਂ ਇਹ ਗੱਲ ਲਾਜ਼ਮੀ ਹੋ ਜਾਂਦੀ ਹੈ ਸਾਡੇ ਸਾਰਿਆਂ ਵਾਸਤੇ, ਕਿਉਂਕਿ ਜੀਵਨ ਨੂੰ ਅਸੀਂ ਜਿਸ ਤਰ੍ਹਾਂ ਅਪਰੋਚ ਕਰ ਰਹੇ ਹਾਂ ਉਹਦੇ ਵਿੱਚ ਮੇਰਾ ਹੁਕਮ, ਮੇਰੀ ਵਿਲ, ਉਹ ਪੈਰਾਮਾਊਂਟ ਹੈ, ਉਹ ਸਭ ਤੋਂ ਉੱਪਰ ਹੈ। ਨਿਰੰਕਾਰ ਦਾ ਹੁਕਮ ਅਸੀਂ ਜਾਣਿਆ ਹੀ ਨਹੀਂ, ਕਮਾਇਆ ਹੀ ਨਹੀਂ, ਉਹਦਾ ਪ੍ਰੇਮ ਉਤਰਿਆ ਨਹੀਂ। ਤਾਂ ਇਹ ਕਈ ਵਾਰ ਹੋ ਸਕਦਾ ਜੀਵਨ ਵਿੱਚ ਕਿ ਅਸੀਂ ਇਹੋ ਜਿਹੇ ਟਰੈਪ ਵਿੱਚ ਫਸ ਜਾਈਏ ਜਿੱਥੇ ਸਾਨੂੰ ਨਿਰੰਕਾਰ ਰੂਪੀ ਹੁਕਮ ਤੋਂ ਸਾਡਾ ਮਨ ਟੁੱਟ ਜਾਏ ਔਰ ਮੈਂ ਦੇ ਵਿੱਚ ਜਦੋਂ ਆਏਗਾ ਉਸ ਵੇਲੇ ਦੁੱਖ ਦੇ ਨਾਲ ਔਰ ਜਾਂ ਹੋਰ ਕਨਫਿਊਜ਼ਨ ਦੇ ਨਾਲ ਭਰ ਜਾਏਗਾ। ਸਾਹਿਬ ਨੇ ਜੋ ਸਾਨੂੰ ਆਦੇਸ਼ ਕੀਤਾ, ਹੁਕਮ ਰਜ਼ਾ ਵਿੱਚ ਚੱਲਣਾ ਹੈ। ਕਿਹਦੀ ਰਜ਼ਾ? ਉਹਦੀ ਹੁਕਮ ਦੀ ਰਜ਼ਾ ਵਿੱਚ ਚੱਲਣਾ ਹੈ। ਹੁਕਮ ਰਜ਼ਾਈ ਚੱਲਣਾ। ਨਾਨਕ ਲਿਖਿਆ ਨਾਲ, ਮੈਂ ਜੋ ਹਾਂ ਉਹ ਹੈ ਉਹ ਜੋ ਮੇਰੇ ਨਾਲ ਲਿਖਿਆ ਹੈ। ਮੇਰੇ ਅੰਦਰ ਜੋ ਮੇਰੇ ਸੰਸਕਾਰ ਨੇ ਉਹ ਮੇਰੇ ਨਾਲ ਨੇ, ਉਹਦਾ ਹੁਕਮ ਵੀ ਮੇਰੇ ਨਾਲ ਹੈ। ਜਦੋਂ ਇਹਨਾਂ ਦੋਨਾਂ ਚੀਜ਼ਾਂ ਦਾ ਬੈਲੈਂਸ ਬਣਾ ਕੇ ਜੀਵਨ ਵਿੱਚ ਉਤਰਾਂਗੇ, ਜੀਵਨ ਕੁਝ ਹੋਰ ਦਿਖੇਗਾ। ਅੱਜ ਕੁਝ ਹੋਰ ਦਿਖਦਾ ਹੈ। ਆਓ ਮਹਾਰਾਜ, ਫਿਰ ਅਸੀਂ ਹੁਕਮ ਦੀ ਪੌੜੀ ਅਸੀਂ ਖੁੱਲ੍ਹ ਕੇ ਵਿਚਾਰੀ ਸੀ। ਪਹਿਲਾਂ ਜਿਹੜੇ ਲੋਕ ਨਾਲ ਨਹੀਂ ਸਨ, ਫਿਰ ਇੱਕ ਵਾਰ ਰਿਪੀਟ ਕਰ ਦਿਆਂਗੇ, ਪਰ ਇੰਨੀ ਡੂੰਘਾਈ 'ਚ ਮੈਂ ਨਹੀਂ ਜਾ ਪਾਵਾਂਗਾ ਕਿਉਂਕਿ ਉਦੋਂ ਮੇਰੇ ਖਿਆਲ 2-3 ਘੰਟੇ ਸਿਰਫ ਇਸੇ ਪੌੜੀ ਦੀ ਵਿਚਾਰ ਚੱਲੀ ਸੀ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਵਾਹਿਗੁਰੂ ਜੀ ਮਹਾਰਾਜ ਜੀ, ਹੁਕਮੀ ਹੋਵਨ ਆਕਾਰ। ਹੁਕਮ ਕਰਨ ਵਾਲਾ ਆਪਣੇ ਆਕਾਰ ਨੂੰ ਪ੍ਰਗਟ ਕਰਦਾ ਹੈ ਆਪਣੇ ਹੁਕਮ ਜ਼ਰੀਏ। ਉਸ ਦੇ ਹੁਕਮ ਜ਼ਰੀਏ ਆਕਾਰ ਹੈ, ਉਹਦੇ ਹੁਕਮ ਜ਼ਰੀਏ ਉਹ ਹੈ। ਹੁਕਮੀ ਹਾਜ਼ਰ ਹੈ ਇਹ ਸਾਰੀ ਸ੍ਰਿਸ਼ਟੀ ਵਿੱਚ। ਹੁਕਮ ਨੂੰ ਕਰਨ ਵਾਲਾ ਹਾਜ਼ਰ ਹੈ ਸਾਰੀ ਸ੍ਰਿਸ਼ਟੀ ਵਿੱਚ ਇਸ ਆਕਾਰ ਦੇ ਰੂਪ ਜ਼ਰੀਏ। ਉਹ ਹੈ, ਇਸ ਆਕਾਰ ਦੇ ਵਿੱਚ ਹੀ ਹੈ, ਕਿਹਾ ਨਹੀਂ ਜਾ ਸਕਦਾ। ਨਾ ਉਹਦੇ ਬਾਰੇ ਗੱਲ ਹੋ ਸਕਦੀ ਹੈ, ਨਾ ਡਿਫਾਈਨ ਹੋ ਸਕਦਾ ਹੈ, ਨਾ ਡਿਸਕ੍ਰਾਈਬ ਹੋ ਸਕਦਾ ਹੈ, ਨਾ ਉਹਦੀ ਚਰਚਾ ਕੰਪਲੀਟਲੀ ਹੋ ਸਕਦੀ ਹੈ। ਪਰ ਗੁਰੂ ਸਾਹਿਬ ਜਾਣਦੇ ਹੋਏ ਕਿ ਨਹੀਂ ਕਿਹਾ ਜਾ ਸਕਦਾ, ਫਿਰ ਵੀ ਸਾਨੂੰ ਦੱਸਣ ਦਾ ਯਤਨ ਕਰਦੇ ਹੈ, ਕੁਝ ਚੀਜ਼ਾਂ ਸਮਝਾਉਣ ਦਾ ਯਤਨ ਕਰਦੇ ਹੈ। ਦੇਖੋ, ਜੀਵਨ ਦਾ ਪ੍ਰੇਮ ਜਦੋਂ ਆਏਗਾ ਕਿਹਾ ਨਹੀਂ ਜਾ ਸਕਦਾ। ਜੀਵਨ ਦੇ ਵਿੱਚ ਜਦੋਂ ਖੇੜਾ ਆਏਗਾ ਕਿਹਾ ਨਹੀਂ ਜਾ ਸਕਦਾ। ਜਿਸ ਨੂੰ ਵੀ ਆਇਆ ਉਸ ਨੂੰ ਉਸ ਆਨੰਦ ਦੀ ਬਾਣੀ ਵਿੱਚ ਹੀ ਆਪਣੇ ਆਪ ਨੂੰ ਪੂਰਾ ਕਰ ਲਿਆ। ਆਨੰਦ ਵਿੱਚ ਖੇੜਾ ਆ ਗਿਆ, ਖੇੜੇ ਦੇ ਵਿੱਚ ਨਿਰੰਕਾਰ ਨਾਲ ਜੁੜ ਗਏ, ਆਪਣੇ ਸਰੀਰ ਤੋਂ ਵੀ ਪਰੇ ਹੋ ਗਏ। ਜੀਵਨ ਦੇ ਰਹਿੰਦੇ ਹੋਏ, ਜੀਵਨ ਦੇ ਹੁੰਦੇ ਹੋਏ ਇਹੋ ਜਿਹੇ ਸਥਾਨ ਤੇ ਵਿੱਚ ਪਹੁੰਚ ਗਏ ਜਿੱਥੇ ਸਦਾ ਆਨੰਦ ਰਹੇ ਦਿਨ ਰਾਤੀ, ਕਾਲ ਨਾ ਕਬੂ ਵਿਆਪੇ। ਇਹ ਹੈ ਸਾਡਾ ਪੋਟੈਂਸ਼ੀਅਲ ਜੋ ਭਗਤ ਕਬੀਰ ਦੱਸਦੇ ਹੈ, ਭਗਤ ਰਵਿਦਾਸ ਦੱਸਦੇ ਹੈ, ਗੁਰੂ ਸਾਹਿਬਾਨ ਦੱਸਦੇ ਹੈ। ਦਸਾਂ ਗੁਰੂ ਮਹਾਰਾਜ ਦਾ ਆਉਣਾ ਇਹ ਸੰਕੇਤ ਹੈ ਸਾਨੂੰ ਕਿ there is hope, there is not hopelessness, there is full hope, there is complete presence, there is complete positivity, there is complete ਚੜ੍ਹਦੀ ਕਲਾ, provided ਅਸੀਂ ਨਾਮ ਨਾਲ ਜੁੜ ਸਕੀਏ ਔਰ ਉਹਦੀ ਰਜ਼ਾ ਵਿੱਚ ਰਹਿ ਸਕੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਇਹ ਰਜ਼ਾ ਆ ਗਈ ਮਹਾਰਾਜ, ਸਰਬਤ ਦਾ ਭਲਾ। ਉਹਦੀ ਰਜ਼ਾ ਸਰਬਤ ਦੇ ਭਲੇ ਦੀ ਇਨਟਿਊਨ ਵਿੱਚ ਹੈ। ਅਸੀਂ ਜਿਸ ਫੇਜ਼ ਨੂੰ ਦੇਖਦੇ ਹਾਂ, ਅਸੀਂ ਜਿਸ ਐਲੀਮੈਂਟ ਨੂੰ ਦੇਖਦੇ ਹਾਂ, ਉਹ ਇੱਕ ਐਲੀਮੈਂਟ ਆਫ ਇੰਟਾਇਰ ਕ੍ਰੀਏਸ਼ਨ ਹੈ। ਬਟ ਸਾਰੀ ਸ੍ਰਿਸ਼ਟੀ ਦੀ ਜਿਹੜੀ ਡਾਇਰੈਕਸ਼ਨ ਹੈ ਉਹ ਸਰਬਤ ਦੇ ਭਲੇ ਵੱਲ ਹੈ। ਸਰਬਤ ਵਿੱਚ ਮੇਰਾ ਕੀ ਰੋਲ ਹੈ, ਮੈਂ ਕਿੱਥੇ ਖੜਾ ਹਾਂ, ਮੇਰੀ ਕੀ ਡਾਇਰੈਕਸ਼ਨ ਹੈ, ਮੈਨੂੰ ਕਿਤਨਾ ਉਹਦੀ ਸਮਝ ਆ ਰਹੀ ਹੈ, ਇਹ ਪਰਸਪੈਕਟਿਵ ਤੇ ਡਿਪੈਂਡ ਕਰਦਾ ਹੈ। ਪਰ ਸਰਬਤ ਨੂੰ ਜਾਣਨ ਵਾਲਾ ਹੀ ਜਾਣਦਾ ਹੈ
ਸਰਬੱਤ ਦਾ ਭਲਾ ਕਿਹਦੇ 'ਚ ਹੈ, ਉਹ ਕਰਦਾ ਪਿਆ, ਉਹਦੇ ਵਿੱਚ ਉਹ ਚੁੱਕਦਾ ਨਹੀਂ ਹੈ। ਹਾਂ, ਕਰਮ ਜਿਹੜੇ ਨੇ, ਫਰੀडम ਆਫ ਕਰਮ ਵੀ ਨਾਲ ਨਾਲ ਚੱਲਦੀ ਹੈ। ਇੱਥੇ ਸਭ ਕੁਝ ਹੁੰਦਾ ਹੈ, ਧਰੋ ਕਮਾਉਣ ਵਾਲੇ ਧਰੋ ਵੀ ਕਮਾਉਂਦੇ ਹੈ। ਮਹਾਰਾਜ ਕਹਿ ਰਹੇ ਹੈ, ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਹੁਕਮ ਕਰਕੇ ਜੀਵਨ ਹੈ, ਹੁਕਮ ਕਰਕੇ ਵਡਿਆਈ ਵੀ ਮਿਲਦੀ ਹੈ, ਹੁਕਮ ਕਰਕੇ ਉੱਤਮ ਔਰ ਨੀਚ ਕਹਾਇਆ ਜਾਂਦਾ ਹੈ ਕੋਈ। ਹੁਕਮ ਕੀ ਹੋ ਗਿਆ ਇੱਥੇ? ਹੁਕਮ ਦੇ ਦੋ ਪਰਸਪੈਕਟਿਵਸ ਨੇ ਮਹਾਰਾਜ। ਰੂਲ ਵੀ ਉਹਦੇ ਜੋ ਬਣਾਏ ਹੈ ਔਰ ਇੱਕ ਉਹਦਾ ਆਰਡਰ ਹੈ। ਉਹ ਆਪਣੇ ਹੁਕਮ ਵਿੱਚ ਆਪਣੇ ਰੂਲਸ ਦੇ ਜ਼ਰੀਏ ਹਾਜ਼ਰ ਹੈ ਔਰ ਉਹਨਾਂ ਰੂਲਸ ਦੇ ਵਿੱਚ ਫਿਰ ਉਹ ਵਿਤਕਰਾ ਨਹੀਂ ਕਰਦਾ। ਜੋ ਵੀ ਜਿਸ ਤਰ੍ਹਾਂ ਬੈਠਦਾ ਉਸ ਹਿਸਾਬ ਨਾਲ ਉਹ ਰੂਲ ਉਹਨੂੰ ਵਰਤਦੇ ਹਨ। ਇਸ ਕਰਕੇ ਉੱਤਮ ਔਰ ਨੀਚ ਜਿਹੜਾ ਹੈ, ਇਹਨਾਂ ਰੂਲਸ ਦੇ ਕਰਕੇ ਕੋਈ ਉੱਤਮ ਕਹਾਇਆ ਜਾ ਰਿਹਾ, ਕੋਈ ਨੀਚ ਕਹਾਇਆ ਜਾ ਰਿਹਾ। ਉੱਤਮ ਔਰ ਨੀਚ ਕਹਾਣਾ ਦੋ ਪੱਖ ਰੱਖਦਾ ਹੈ। ਜੀਵਨ ਦੇ ਵਿੱਚ ਉੱਤਮ ਔਰ ਨੀਚ ਸੁਸਾਇਟੀ ਵਿੱਚ ਕਹਾਣਾ ਕੁਝ ਹੋਰ ਪੱਖ ਰੱਖਦਾ ਹੈ ਔਰ ਨਾਮ ਅਭਿਆਸੀ ਵੱਲ ਇਹਦਾ ਕੁਝ ਹੋਰ ਮਤਲਬ ਹੈ। ਜਿਹੜਾ ਨਾਮ ਦੀ ਕਮਾਈ ਕਰਦਾ ਹੈ ਉਹ ਮਹਾਰਾਜ ਕਹਿੰਦੇ ਨੇ ਕਿ ਉਹ ਵਿਰਲਾ ਹੈ, ਉਹ ਇਸ ਸਭ ਤੋਂ ਨਿਰਲੇਪ ਹੈ ਔਰ ਉਹ ਨਿਰਾਲਾ ਹੈ। ਉਹਦੀ ਚਾਲ ਨਿਰਾਲੀ ਹੈ, ਉਹਦਾ ਜੀਵਨ ਨਿਰਾਲਾ ਹੈ, ਉਹਦੇ ਆਪਣੇ ਜੀਵਨ ਦਾ ਢੰਗ ਨਿਰਾਲਾ ਹੈ। ਜ਼ਰੂਰੀ ਨਹੀਂ ਕਿ ਅਸੀਂ ਜੀਵਨ ਦੇ ਇਸ ਪੱਖ ਤੋਂ ਉਸਨੂੰ ਦੇਖ ਪਾਵਾਂਗੇ, ਪਰ ਸਾਹਿਬ ਨੇ ਸਾਨੂੰ ਨਾਮ ਵਿੱਚ ਇਹ ਕੁਆਲਿਟੀਜ਼ ਦੱਸੀਆਂ ਨੇ। ਮਾਨ ਔਰ ਅਪਮਾਨ ਵੈਸੇ ਤਾਂ ਦੁਨੀਆ ਵਿੱਚ ਇਕੱਠੇ ਹੀ ਚੱਲਦੇ ਹੈ। ਜਿਤਨਾ ਕੋਈ ਮਾਣ ਕਮਾਏਗਾ ਉਤਨਾ ਨਾਲ ਅਪਮਾਨ ਵੀ ਕਮਾਏਗਾ। ਮਹਾਰਾਜ ਕਹਿੰਦੇ ਨੇ ਕਿ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਏ। ਇਸੇ ਤਰ੍ਹਾਂ ਅਸੀਂ ਸੁੱਖ ਔਰ ਦੁੱਖ ਸਾਨੂੰ ਵਿਜ਼ਿਟ ਕਰਦੇ ਆ ਉਹਦੇ ਹੁਕਮ ਦੇ, ਉਹਦੇ ਰੂਲਸ ਦੇ ਜ਼ਰੀਏ। ਉਸਨੇ ਪ੍ਰੀ ਆਰਡੇਨਡ ਸਿਸਟਮ ਬਣਾਇਆ ਹੈ। ਜਿਸ ਤਰ੍ਹਾਂ ਅਗਰ ਕੋਈ ਕਹਿੰਦਾ ਕਿ ਮੈਂ ਅੱਜ ਸੁਖੀ ਹਾਂ, ਇਹਦਾ ਮਤਲਬ ਅੱਜ ਸੁਖੀ ਹਾਂ ਤੇ ਇਸ ਤੋਂ ਸਮਾਂ ਜੋ ਪਹਿਲਾਂ ਸੀ ਉਹਦੇ ਵਿੱਚ ਦੁਖੀ ਸੀ, ਤਾਂ ਦੁੱਖ ਤੋਂ ਸੁਖ ਆਇਆ। ਅੱਜ ਮੈਂ ਕਹਿੰਦਾ ਅੱਜ ਮੈਂ ਇੰਨਾ ਸੁਖੀ ਨਹੀਂ ਹਾਂ, ਮਤਲਬ ਸੁੱਖ ਦੇ ਨਾਲ ਦੁੱਖ ਜ਼ਿਆਦਾ ਆ ਗਿਆ, ਹੁਣ ਦੁੱਖ ਵੱਲ ਚਲਾ ਗਿਆ ਮਨ। ਤਾਂ ਆਪ ਜਦੋਂ ਵੀ ਕਹੋਗੇ ਸੁਖੀ ਹਾਂ ਤਾਂ ਦੁੱਖ ਪੈਰਾਮੀਟਰ ਨਾਲ ਚੱਲੇਗਾ। ਕਿਸ ਤੋਂ ਸੁਖੀ ਹੋ? ਕਿਉਂਕਿ ਦੁਖੀ ਸੀਗੇ ਤਾਂ ਸੁਖੀ ਹੋ, ਉਹਦੀ ਰਿਲੇਟਿਵ ਡਿਗਰੀਜ਼ ਹੈਗੀਆਂ। ਜੇ ਇਸ ਤਰ੍ਹਾਂ ਅਸੀਂ ਵਿਚਾਰੀਏ ਤਾਂ ਅਗਰ ਸਭ ਸੁੱਖ ਹੋਏ ਦੁਨੀਆ ਵਿੱਚ ਤਾਂ ਦੁੱਖ ਦੀ ਲੋੜ ਨਾ ਪਏ, ਦੁੱਖ ਇੱਕ ਐਲੀਮੈਂਟ ਹੀ ਨਾ ਹੋਏ। ਜਦੋਂ ਅਸੀਂ ਕਹਿੰਦੇ ਹਾਂ ਅੱਜ ਅਸੀਂ ਸੁਖੀ ਹਾਂ ਤਾਂ ਉਹਦਾ ਇਹ ਭਾਵ ਅਰਥ ਨਿਕਲਦਾ ਹੈ ਕਿ ਥੋੜਾ ਸਮਾਂ ਪਹਿਲੇ ਮੈਂ ਦੁਖੀ ਸੀ। ਇਹਦੇ ਵਿੱਚ ਦੁਵੈਤ ਇਹਨੂੰ ਕਹਿੰਦੇ, ਦੁਵੈਤ ਵਿੱਚ ਦੁਨੀਆ ਨੂੰ ਦੇਖਣਾ ਕਿ ਸੁੱਖ ਔਰ ਦੁੱਖ ਜਿਹੜੇ ਆ ਨਾਲ ਨਾਲ ਚੱਲਦੇ ਆ। ਜਦੋਂ ਅਸੀਂ ਸੁੱਖ ਨੂੰ ਲੱਭਣ ਜਾਵਾਂਗੇ ਦੁੱਖ ਨਾਲ ਆਏਗਾ। ਜਦੋਂ ਸਾਡੇ ਨਾਲ ਦੁੱਖ ਹੈ ਤਾਂ ਸੁੱਖ ਵੀ ਬਹੁਤਾ ਦੂਰ ਨਹੀਂ ਹੈ। ਇਹ ਸੁੱਖ ਔਰ ਦੁੱਖ ਦੋਏ ਕੱਪੜੇ ਪਹਿਰੇ ਜਾਏ ਮਨੁੱਖ। ਤਾਂ ਮਹਾਰਾਜ ਕਹਿੰਦੇ ਨੇ ਕਿ ਹੁਕਮ ਦੇ ਵਿੱਚ ਹੈ ਸਾਰਾ ਉਹਦੇ। ਅੱਜ ਸੁਖੀ ਹੈ ਤਾਂ ਕੱਲ ਦੁਖੀ ਵੀ ਹੋਏਗਾ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਦੇ। ਮਹਾਰਾਜ ਕਹਿੰਦੇ ਨੇ ਇੱਕ ਨੂੰ ਬਖਸ਼ਿਸ਼ ਮਿਲਦੀ ਹੈ ਹੁਕਮ ਦੇ ਵਿੱਚ ਔਰ ਇੱਕ ਸਦਾ ਹੀ ਘੁੰਮਦੇ ਰਹਿੰਦੇ ਆ, ਫਿਰਦੇ ਰਹਿੰਦੇ ਆ। ਉਹਨਾਂ ਨੂੰ ਹੁਕਮ ਸਮਝ ਹੀ ਨਹੀਂ ਆ ਰਿਹਾ ਕੀ ਹੈ। ਉਹ ਆਪਣੇ ਹੀ ਚੱਕਰ ਵਿੱਚ ਇਨਵੋਲਵਡ ਨੇ, ਉਹਦੇ ਵਿੱਚ ਹੀ ਪੂਰੀ ਤਰ੍ਹਾਂ ਕਮਿਟਡ ਨੇ ਔਰ ਉਸ ਵਿੱਚ ਹੀ ਗਵਾਚ ਗਏ ਨੇ। ਤਾਂ ਜਦੋਂ ਅਸੀਂ ਗਵਾਚੀਏ ਸਾਨੂੰ ਨਾਮ ਵੱਲ ਜਾਣਾ ਚਾਹੀਦਾ ਹੈ। ਜਦੋਂ ਅਸੀਂ ਭਟਕ ਜਾਈਏ ਸਾਨੂੰ ਸੱਚ ਦਾ ਇਸ਼ਾਰਾ ਗੁਰੂ ਨਾਨਕ ਸਾਹਿਬ ਦਾ ਦਿਖਣਾ ਚਾਹੀਦਾ ਹੈ। ਗੁਰੂ ਸਾਹਿਬ ਸੱਚ ਦੇ ਸ਼ਬਦ ਨਾਲ ਬੜੇ ਪਿਆਰ ਕਰਦੇ ਆ। ਆਸਾ ਦੀ ਵਾਰ ਵਿੱਚ ਵੀ ਤੁਸੀਂ ਦੇਖੋਗੇ ਕਿੰਨੀ ਵਾਰ ਸੱਚ ਵਰਤਿਆ ਉਹਨਾਂ ਨੇ। ਇਸੇ ਤਰ੍ਹਾਂ ਅਸੀਂ ਸੱਚ ਨੂੰ ਦੁਨੀਆ ਵਿੱਚ ਜਾਣ ਸਕਦੇ ਹਾਂ ਜੇ ਅਸੀਂ ਨਾਮ ਨਾਲ ਜੁੜ ਸਕੀਏ। ਤਾਂ ਸਾਹਿਬ ਸਮਝਾਉਂਦੇ ਨੇ ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਐ ਨਾ ਸਮਝੀਏ ਕਿ ਕੋਈ ਐਚੋ ਮੁਕਤ ਹੈਗਾ। ਇਹ ਹੁਕਮ ਦੇ ਵਿੱਚ ਸਭ ਕੁਝ ਵਰਤ ਰਿਹਾ,
ਉਹ ਮੈਂ ਵੀ ਉਸੇ ਹੁਕਮ 'ਚ ਇੱਕ ਹਿੱਸਾ ਹਾਂ, ਔਰ ਸਾਰੇ ਹੀ ਨੇ, ਚਾਹੇ ਉਹ ਜੀਵ ਜੰਤ ਨੇ, ਚਾਹੇ ਉਹ ਪਾਣੀ ਦੇ ਜੀ ਨੇ, ਚਾਹੇ ਉਹ ਪੇੜ ਪੰਛੀ ਨੇ, ਚਾਹੇ ਉਹ ਹੈ ਸਾਰੇ ਸਥੂਲ ਔਰ ਸਥੂਲ ਸਾਰੀ ਵਸਤੂਆਂ ਜਿੰਨੀਆਂ ਨੇ, ਲਿਵਿੰਗ ਐਂਡ ਅਨਲਿਵਿੰਗ, ਸਭ ਉਹਦੇ ਹੁਕਮ ਦੇ ਅੰਦਰ ਹਨ। ਉਹਦਾ ਹੁਕਮ ਹਰ ਜਗ੍ਹਾ ਵਰਤਦਾ ਹੈ, ਉਹਦੇ ਹੁਕਮ ਦੇ ਬਿਨਾਂ ਕੁਝ ਵੀ ਨਹੀਂ ਹੈ। ਔਰ ਉਹਦਾ ਨਾਮ ਉਹਦਾ ਹੁਕਮ ਹੈ। ਨਾਮ ਦੇ ਜ਼ਰੀਏ ਉਹ ਟ੍ਰਾਂਜ਼ੈਕਟ ਕਰਦਾ ਹੈ, ਸਤ ਨਾਮ ਦੇ ਜ਼ਰੀਏ ਪ੍ਰਗਟ ਹੁੰਦਾ ਹੈ। ਇਸ ਕਰਕੇ ਜਦੋਂ ਅਸੀਂ ਨਾਮ ਨਾਲ ਜੁੜਦੇ ਹਾਂ, ਅਸੀਂ ਸਤ ਨਾਲ ਜੁੜ ਜਾਂਦੇ ਹਾਂ। ਮੇਰਾ ਝੂਠ ਨਹੀਂ ਰਹਿੰਦਾ, ਉਹਦਾ ਸਤ ਪ੍ਰਗਟ ਹੋ ਜਾਂਦਾ ਹੈ। ਨਾਨਕ ਹੁਕਮੇ ਜੇ ਬੁਝੇ ਤਾਂ ਹੋਮੇ ਕਹੇ ਨਾ ਕੋਏ। ਹੁਕਮ ਨੂੰ ਜਿਸ ਨੇ ਬੁੱਝ ਲਿਆ ਹੈ, ਉਹਦੇ 'ਚ ਹੰਕਾਰ ਨਹੀਂ ਹੋ ਸਕਦੀ। ਜਿਹਨੇ ਹੰਕਾਰ ਤਿਆਗ ਦਿੱਤਾ, ਮਨ ਤਿਆਗ ਦਿੱਤਾ ਹੰਕਾਰ ਵਾਲਾ, ਉਸ ਨੂੰ ਹੁਕਮ ਦੇ ਦਰਸ਼ਨ ਹੋ ਗਏ ਹਨ। ਤਾਂ ਨਾਨਕ ਕਹਿੰਦੇ, ਮਹਾਰਾਜ ਕਹਿੰਦੇ ਆ ਕਿ ਹੁਕਮ ਨੂੰ ਬੁੱਝਣਾ ਜੀਵਨ ਦਾ ਤੱਤ ਹੈ, ਕਿ ਮੈਂ ਸਤ ਨਹੀਂ ਹਾਂ, ਸਤ ਹੁਕਮ ਹੈ। ਸਾਰਾ ਫੋਕਸ ਸੈਂਟਰ, ਮੇਰੀ એનર્ਜੀ ਜਿਹੜੀਆਂ ਫਲੋ ਮੇਰੇ ਵੱਲ ਹੀ ਕਰਦੀਆਂ ਰਹਿੰਦੀਆਂ। ਤਾਂ ਇਸ ਨੂੰ ਇਸ ਤਰ੍ਹਾਂ ਲੈ ਲਈਏ, ਆਈ ਐਮ ਆਲਵੇਜ਼ ਫੀਡਿੰਗ ਮਾਈ ਈਗੋ, ਨਾਟ ਫੀਡਿੰਗ ਦ ਸਪਿਰਿਟ ਵਰਲਡ। ਜੋ ਤਤ ਗਿਆਨ ਹੈ, ਉਹਦੇ ਵੱਲ ਮੇਰੀ ਸ਼ਕਤੀ ਨਹੀਂ ਜਾਂਦੀ। ਮੇਰੀ ਸ਼ਕਤੀ ਮੈਂ ਔਰ ਮੇਰੇ ਵੱਲ ਹੀ ਚੱਲਦੀ ਰਹਿੰਦੀ ਹੈ। ਇਸ ਕਰਕੇ ਨਿਰਾਸ਼ ਹੁੰਦਾ ਇਨਸਾਨ। ਇਹ ਉਹਦਾ ਹੁਕਮ ਹੈ, ਉਹਦੇ ਕਾਨੂੰਨ ਹਨ। ਉਹਦੇ ਕਾਨੂੰਨ ਔਰ ਉਹਦੇ ਰੂਲਸ ਦੇ ਜ਼ਰੀਏ ਹੀ ਉਹ ਵਰਤ ਰਿਹਾ ਹੈ। ਉਸ ਨੂੰ ਅਸੀਂ ਇਸੇ ਤਰ੍ਹਾਂ ਜਾਣਦੇ ਹਾਂ। ਜਿਵੇਂ ਅਸੀਂ ਉਹ ਦਿਨ ਵਿਚਾਰਿਆ ਸੀ ਕਿ ਅਗਰ ਅਸੀਂ ਪਾਕਿਸਤਾਨ ਔਰ ਇੰਡੀਆ ਦੇ ਬਾਰਡਰ ਤੇ ਖੜੇ ਹੋਈਏ ਤਾਂ ਧਰਤੀ ਇੱਕੋ ਹੀ ਹੈ, ਹਵਾ ਇੱਕੋ ਹੀ ਹੈ, ਪਾਣੀ ਇੱਕੋ ਹੀ ਹੈ, ਕਾਨੂੰਨ ਫਰਕ ਹੈ। ਕਾਨੂੰਨ ਨੂੰ ਕਿਵੇਂ ਜਾਣਾਂਗੇ? ਜਿਵੇਂ ਉਹ ਰੂਲਸ ਆਪਣੇ ਇੰਪਲੀਮੈਂਟ ਕਰਦਾ ਹੈ। ਹਿੰਦੁਸਤਾਨ ਅਲੱਗ ਤਰੀਕੇ ਨਾਲ ਕਰਦਾ, ਪਾਕਿਸਤਾਨ ਹੋਰ ਤਰ੍ਹਾਂ ਕਰਦਾ ਹੈ। ਤਾਂ ਉਹਦੇ ਕਾਨੂੰਨ ਦੇ ਜ਼ਰੀਏ ਉਹਦੀ ਗੌਰਮੈਂਟ ਸਾਨੂੰ ਟੱਚ ਕਰਦੀ ਹੈ, ਸਾਡੇ ਨਾਲ ਰਿਲੇਟ ਕਰਦੀ ਹੈ। ਇਸੇ ਤਰ੍ਹਾਂ ਨਿਰੰਕਾਰ ਨੇ ਜੋ ਹੁਕਮ ਬਣਾਏ, ਜੋ ਕਾਨੂੰਨ ਬਣਾਏ, ਉਹਦੇ ਜ਼ਰੀਏ ਸਾਨੂੰ ਛੂੰਹਦਾ ਹੈ। ਉਸ ਇੰਟਰੈਕਸ਼ਨ ਵਿੱਚ ਮੈਨੂੰ ਦੁੱਖ ਮਿਲ ਰਿਹਾ ਕਿ ਸੁੱਖ ਮਿਲ ਰਿਹਾ, ਇਹ ਕੁਝ ਤਾਂ ਡਿਪੈਂਡ ਕਰਦਾ ਮੇਰੇ ਕਰਮਾਂ ਤੇ, ਕੁਝ ਡਿਪੈਂਡ ਕਰਦਾ ਮੈਂ ਹੁਕਮ ਨੂੰ ਜਾਣਿਆ ਕਿ ਨਹੀਂ ਜਾਣਿਆ। ਫਰਜ਼ ਕਰੋ ਮੈਨੂੰ ਪਤਾ ਹੈ ਕਿ ਇਹ ਕਾਨੂੰਨ ਹੈ, ਤਾਂ ਫਿਰ ਉਸ ਕਾਨੂੰਨ ਨੂੰ ਜਦੋਂ ਮੈਂ ਉਹਦੀ ਉਲੰਘਣਾ ਕਰਾਂਗਾ ਤਾਂ ਮੈਂ ਸਮਝਾਂਗਾ ਕਿ ਹੁਣ ਚਲਾਨ ਹੋਣਾ ਹੈ ਮੇਰਾ। ਉੱਥੇ ਮੈਂ ਉਹਨੂੰ ਪਰਸਨਲ ਨਹੀਂ ਲਵਾਂਗਾ ਕਿ ਇਹ ਮੈਨੂੰ ਕਿਉਂ ਚਲਾਨ ਹੋ ਰਿਹਾ। ਮੈਂ ਗੱਡੀ ਚਲਾ ਰਿਹਾ ਔਰ ਮੈਂ ਰੈੱਡ ਲਾਈਟ ਪਾਰ ਕਰ ਲਈ, ਤਾਂ ਪੁਲਿਸ ਵਾਲੇ ਨੇ ਮੈਨੂੰ ਰੋਕਿਆ, ਤਾਂ ਅਸੀਂ ਕਹੀਏ ਵੀ ਮੈਨੂੰ ਹੀ ਕਿਉਂ ਚਲਾਨ ਕਰ ਰਹੇ ਹਾਂ। ਅਸੀਂ ਫਿਰ ਇਹ ਨਹੀਂ ਸਮਝਿਆ ਕਿ ਰੈੱਡ ਲਾਈਟ ਨੂੰ ਪਾਰ ਕਰਨਾ ਉਹਦਾ ਹੁਕਮ ਹੈ ਗੌਰਮੈਂਟ ਦਾ, ਉਸ ਨੂੰ ਅਸੀਂ ਨਹੀਂ ਫੋਲੋ ਕਰਾਂਗੇ ਤਾਂ ਚਲਾਨ ਹੋਏਗਾ। ਅਸੀਂ ਉਹਨੂੰ ਪਰਸਨਲ ਲੈ ਲੈਂਦੇ ਹਾਂ ਸਾਰੇ ਜੀਵਨ ਨੂੰ। ਮੇਰੇ ਨਾਲ ਇਹ ਦੁੱਖ ਕਿਉਂ ਹੋਇਆ ਹੈ? ਕੁਝ ਉਲੰਘਣਾ ਕੀਤੀ ਹੈ ਅਸੀਂ ਕਿਧਰੇ। ਸਭ ਤੋਂ ਵੱਡੀ ਉਲੰਘਣਾ ਮੈਂ ਦੇ ਵਿੱਚ ਜੀਣ ਦੀ ਹੈ। ਇਹ ਜਿਹੜੀ ਹੰਕਾਰ ਹੈ, ਈਗੋ ਹੈ, ਜਦੋਂ ਅਸੀਂ ਸਿਰਫ ਇਸ ਨੂੰ ਜਾਣਾਂਗੇ ਲਿਮਿਟਿਡ ਸੋਰਸ ਦੇ ਵਿੱਚ ਔਰ ਨਾਮ ਨੂੰ ਨਹੀਂ ਜਾਣਾਂਗੇ, ਤਾਂ ਇੱਕ ਬੜਾ ਵੱਡਾ ਰੂਲ ਸਾਡੇ ਹੱਥੋਂ ਨਿਕਲ ਗਿਆ। ਸਮਝ ਲਓ ਤਤ ਗਿਆਨ ਨਿਕਲ ਗਿਆ। ਸਮਝ ਲਓ ਸਾਰੇ ਰੂਲਸ ਦੀ ਫਾਊਂਡੇਸ਼ਨ ਸਾਡੇ ਹੱਥੋਂ ਨਿਕਲ ਗਈ। ਤਾਂ ਸਾਡੇ ਜੀਵਨ ਵਿੱਚ ਫਿਰ ਜੋ ਵਰਤਦਾ ਹੈ ਉਹ ਉਹਨਾਂ ਕਰਮਾਂ ਦੇ, ਉਹਨਾਂ ਰੂਲਸ ਦੇ ਜ਼ਰੀਏ ਕਰਦਾ ਹੈ। ਅਸੀਂ ਪਹਿਲਾਂ ਵਿਚਾਰੀ ਸੀ ਇਹ ਗੱਲ ਕਿ ਜੀਵਨ ਵਿੱਚ ਦੋ ਸਾਈਕਲ ਚੱਲਦੇ ਹੈ। ਇੱਕ ਕਰਮ ਦੇ ਸਾਈਕਲ ਹੈ, ਜਿੱਥੇ ਦੁੱਖ ਔਰ ਸੁੱਖ ਮੈਨੂੰ ਮੇਰੇ ਕਰਮਾਂ ਦੇ ਹਿਸਾਬ ਨਾਲ ਮਿਲ ਜਾਂਦਾ ਹੈ, ਔਰ ਇੱਕ ਨਦਰ ਦਾ ਸਾਈਕਲ ਹੈ। ਕਰਮ ਸੱਚਾ ਨਿਸ਼ਾਨ, ਕਰਮ ਦਾ ਮਤਲਬ ਨਦਰ, ਇਹ ਉਹਦੇ ਪ੍ਰੇਮ ਦੀ ਨਿਸ਼ਾਨੀ ਹੈ, ਗੁਰ ਪ੍ਰਸਾਦ, ਕਿ ਉਹ ਸਾਨੂੰ ਪ੍ਰੇਮ ਕਰਦਾ ਹੈ। ਇਹਦੀ ਨਿਸ਼ਾਨੀ ਇਹੀ ਹੈ ਕਿ ਉਹ ਨਜ਼ਰ ਆਪਣੀ ਹਮੇਸ਼ਾ ਰੱਖਦਾ ਹੈ। ਪਬੀਆ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ ਬਰਸੇ ਕਿਰਪਾ ਤਾਰ। ਅੰਮ੍ਰਿਤ ਵੇਲੇ ਦੀ ਜਦੋਂ ਵਿਚਾਰ ਆਏਗੀ, ਇਹਦੇ ਵਿੱਚ ਛੜ ਜਾਵਾਂਗੇ ਕਿ ਕਿਹੜੀ ਕਿਰਪਾ ਕਿਧਰ ਹੋ ਰਹੀ ਹੈ।
ਜਿੱਥੇ ਮੈਂ ਨਹੀਂ ਹਾਂ ਮਹਾਰਾਜ ਉੱਥੇ ਕਿਰਪਾ ਹੀ ਕਿਰਪਾ ਹੈ, ਜਿੱਥੇ ਮੈਂ ਹਾਂ ਉੱਥੇ ਕਿਰਪਾ ਨਹੀਂ ਹੈ। ਇਹ ਹੁਕਮ ਹੈ ਉਹਦਾ। ਤਾਂ ਕਿਸੇ ਤਰ੍ਹਾਂ ਇਹ ਵਿਧੀ ਆ ਜਾਏ ਮੇਰੇ ਹੱਥ 'ਚ ਕਿ ਮੈਂ ਆਪਣੇ ਆਪ ਤੋਂ ਪਾਰ ਜਾਣਾ ਸਿੱਖ ਲਵਾਂ। ਮੈਂ ਇਹ ਸਿੱਖ ਲਵਾਂ ਕਿ ਇਹ ਮਨ ਨੂੰ ਤਿਆਗਣਾ ਕਿਵੇਂ ਹੈ, ਝੂਠ ਨੂੰ, ਮੇਰੇ ਹੰਕਾਰ ਨੂੰ ਕਿਵੇਂ ਤਿਆਗ ਕੇ ਮੈਨੂੰ ਨਾਮ ਵਿੱਚ ਲੀਨ ਹੋ ਜਾਣਾ ਹੈ। ਮੈਂ ਉਸ ਦਿਨ ਦੇਖਦਾ ਸੀ, ਵੀਰ ਨੇ ਮੈਨੂੰ ਭੇਜਿਆ ਕੌਣ ਕੌਣ ਅਟੈਂਡ ਕਰਦੇ ਆ, ਉਹਦੇ 'ਚ ਇੱਕ ਨਾਮ ਆਇਆ ਉਨਮਨ ਕੌਰ। ਬੜਾ ਪਿਆਰਾ ਨਾਮ ਹੈ, ਜਿਸ ਨੇ ਵੀ ਰੱਖਿਆ ਹੋਏ। ਬੜੀ ਡੂੰਘੀ ਅਵਸਥਾ ਹੈ ਮਹਾਰਾਜ। ਦਰਅਸਲ ਜਾਣੀਏ ਤੇ ਅਸੀਂ ਇਸ ਮਨ ਦੇ ਨਾਲ ਹੀ ਪਰੇਸ਼ਾਨ ਹਾਂ। ਇਹ ਮਨ ਕਰਕੇ ਪਰੇਸ਼ਾਨ ਆ, ਮਨ ਨੂੰ ਨਾ ਜਾਣਨ ਕਰਕੇ ਪਰੇਸ਼ਾਨ ਆ, ਮਨ ਦੀ ਸੋਚਾਂ ਕਰਕੇ ਪਰੇਸ਼ਾਨ ਆ, ਮਨ ਦੀ ਐਕਸਪੈਕਟੇਸ਼ਨਸ ਕਰਕੇ ਪਰੇਸ਼ਾਨ ਆ, ਮਨ ਦੀਆਂ ਡਿਮਾਂਡਸ ਔਰ ਵੇਵਰਿੰਗਸ ਡਿਮਾਂਡਸ ਕਰਕੇ ਪਰੇਸ਼ਾਨ ਆ। ਪਰ ਇਹਦੇ 'ਚ ਰਹਿੰਦੇ ਹੋਏ ਗੁਰੂ ਅਗਰ ਸਾਨੂੰ ਕੋਈ ਅਵਸਥਾ ਬਖਸ਼ ਦੇ ਜਿੱਥੇ ਅਸੀਂ ਆਪਣੇ ਹੁਕਮ ਨਹੀਂ, ਨਿਰੰਕਾਰ ਦੇ ਹੁਕਮ ਵਿੱਚ ਆਨੰਦ ਹੋ ਸਕੀਏ ਕੁਝ ਘੜੀ ਲਈ, ਕੁਝ ਘੜੀਆਂ ਲਈ ਆਪਣੇ ਆਪ ਤੋਂ ਪਾਰ ਚਲੇ ਜਾਈਏ, ਪਰਸਪੈਕਟਿਵ ਬਦਲ ਜਾਏ ਜੀਵਨ ਦਾ। ਮਹਾਰਾਜ ਸਮਝਾਉਂਦੇ ਨੇ ਘਟ ਘਟ ਆਪੇ ਹੁਕਮ ਵਸੇ, ਘਟ ਘਟ ਆਪੇ ਹੁਕਮ ਵਸੇ, ਹੁਕਮ ਕਰੇ ਵਿਚਾਰ, ਹੁਕਮੇ ਕਰੇ ਵਿਚਾਰ। ਗੁਰ ਸ਼ਬਦੀ ਸਲਾਈਏ ਹਉਮੈ ਵਿੱਚੋਂ ਖੋਏ, ਗੁਰ ਸ਼ਬਦੀ ਸਲਾਈਏ ਹਉਮੈ ਵਿੱਚੋਂ ਖੋਏ। ਇਹ ਜਿਹੜਾ ਸ਼ਬਦ ਦੀ ਮਹਾਰਾਜ ਨੇ ਹਜ਼ੂਰੀ ਸਾਨੂੰ ਬਖਸ਼ੀ ਹੈ, ਉਹਦਾ ਮਤਲਬ ਹੀ ਇਹੀ ਬਣਦਾ ਹੈ ਕਿ ਜਿਵੇਂ ਮੈਂ ਮਨ ਦੀ ਨੀਵੀਂ ਅਵਸਥਾ ਵਿੱਚ ਜੀ ਰਿਹਾ, ਔਰ ਸ਼ਬਦ ਇੱਕ ਸੀੜੀ ਹੈ ਜਿਹਦੇ ਤੇ ਚੜ੍ਹ ਕੇ ਮੈਂ ਮਨ ਦੀ ਉਚਲੀ ਅਵਸਥਾ 'ਚ ਪਹੁੰਚ ਜਾਂਦਾ, ਜਿਹਨੂੰ ਉਨਮਨ ਸਾਹਿਬ ਨੇ ਕਿਹਾ ਹੈ। ਦੇਖੋ ਮਹਾਰਾਜ, ਗੱਲ ਕੀ ਹੈ ਕਿ ਇਹ ਲੋਕ ਜਿਹੜੇ ਨੇ ਇਹ ਤਤ ਗਿਆਨ ਨੂੰ ਜਾਣਨ ਵਾਲੇ ਨੇ, ਇਹਨਾਂ ਦੀ ਭਾਸ਼ਾ ਸਾਨੂੰ ਸਮਝ ਨਹੀਂ ਆਈ ਜਲਦੀ ਜਲਦੀ। ਇਹ ਤੇ ਹੋ ਸਕਦਾ ਹੈ ਕਿਉਂਕਿ ਜਿਸ ਪਰਸਪੈਕਟਿਵ ਤੋਂ ਇਹ ਗੱਲ ਕਰਦੇ ਆ ਅਸੀਂ ਉਹਨੂੰ ਨਹੀਂ ਜਾਣਦੇ ਹਾਂ, ਪਰ ਉਹਨਾਂ ਨੇ ਇਹਨੂੰ ਐਕਸਪਲੇਨ ਕਰਕੇ ਬ੍ਰੇਕ ਡਾਊਨ ਕਰ ਦਿੱਤਾ ਹੈ। 1430 ਪੰਨੇ 'ਚ ਬਾਰ-ਬਾਰ ਅਲੱਗ-ਅਲੱਗ ਤਰੀਕਿਆਂ ਨਾਲ ਇੱਕੋ ਗੱਲ ਸਮਝਾਈ ਗਈ ਹੈ। ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚਖਣਾ ਚਾਖ, ਬਾਰ-ਬਾਰ ਉਹੀ ਸਮਝਾਉਂਦੇ ਹੈ। ਹੁਕਮ ਮੰਨੀਏ ਗੁਰੂ ਕੇਰਾ ਗਾਵੋ ਸੱਚੀ ਬਾਣੀ। ਅਗਰ ਹੁਕਮ ਮੰਨਣਾ ਹੈ ਤੇ ਉਹਦੀ ਬਾਣੀ ਗਾਓ ਮਹਾਰਾਜ। ਗਾਂਦਾ ਕੌਣ ਹੈ? ਗਾਂਦਾ ਉਹ ਨਹੀਂ ਜਿਹੜਾ ਫਲਾਈਟ ਵਿੱਚ ਜਿਹੜਾ ਚੜ੍ਹਦਾ ਹੈ, ਗਾਂਦਾ ਉਹ ਨਹੀਂ ਜਿਹੜਾ ਮੈਂ ਔਰ ਮੇਰੇ 'ਚ ਫਸਿਆ ਹੈ। ਗਾਂਦਾ ਉਹ ਹੈ ਜਿਹੜਾ ਐਕਸਪ੍ਰੈਸ ਕਰਨਾ ਚਾਹੁੰਦਾ ਹੈ ਆਪਣੇ ਆਪ ਨੂੰ, ਜਿਹੜਾ ਮਿਲਣਾ ਚਾਹੁੰਦਾ ਹੈ ਹੁਣ ਕਿਸੇ ਹੋਰ ਨਾਲ। ਕਿਉਂਕਿ ਖਸਮ ਕਿਹੜਾ ਹੈ ਮੇਰਾ, ਕਿਹੜਾ ਮੇਰਾ ਖਸਮ ਹੈ ਇੱਥੇ? ਮੇਰਾ ਖਸਮ ਤਾਂ ਇੱਕੋ ਹੀ ਹੈ, ਮੇਰਾ ਖਸਮ ਇੱਕੋ ਹੀ ਹੈ। ਉਸ ਖਸਮ ਨੂੰ ਮੈਂ ਜਾਣਦਾ ਨਹੀਂ ਤਾਂ ਮੈਂ ਕੀ ਹੋਇਆ ਫਿਰ? ਮੈਂ ਉਹ ਇਨਕੰਪਲੀਟਨੈਸ ਵਿੱਚ ਹੀ ਵਿਆਕੁਲ ਰਹਿੰਦਾ ਹਮੇਸ਼ਾ। ਦੈਨ ਹਾਊ ਇਟਸ ਪੋਸੀਬਲ ਕਿ ਜਦ ਮੈਂ ਆਪਣੇ ਕੰਪਲੀਟਨੈਸ ਆਪਣੇ ਆਪ ਦੀ ਨਾ ਪ੍ਰਾਪਤ ਕਰਾਂ ਤੇ ਮੈਂ ਸੁਖੀ ਰਵਾਂ? ਸ਼ਾਰਟ ਟਰਮ ਵਿੱਚ ਤੇ ਹੋ ਸਕਦਾ, ਨਾਟ ਲੌਂਗ ਟਰਮ ਵਿੱਚ ਨਹੀਂ ਹੋ ਸਕਦਾ। ਮੇਰਾ ਖਸਮ ਹੋਏ ਯਾਨੀ ਇੱਕ ਪਾਰਟ ਆਫ ਮੀ, ਯਾਨੀ what will complete me, ਯਾਨੀ ਮੈਂ ਇਨਕੰਪਲੀਟ ਹਾਂ, ਅਧੂਰਾ ਮੈਂ ਫਿਰਦਾ ਵਾਂ। ਉਸ ਅਧੂਰੇ ਪੰਨ 'ਚ ਮੈਨੂੰ ਦੁੱਖ ਲੱਭਦੇ ਹੈ, ਪਰੇਸ਼ਾਨੀਆਂ ਲੱਭਦੀਆਂ, ਹੋਰ ਕੁਝ ਜੀਵਨ ਵਿੱਚ ਸਮਝ ਹੀ ਨਹੀਂ ਆਉਂਦਾ ਕਿਉਂਕਿ ਖਸਮ ਹੀ ਨਹੀਂ ਹੈ ਮੇਰੇ ਨਾਲ, ਮੇਰਾ ਪਾਰਟਨਰ ਹੀ ਨਹੀਂ ਹੈ। ਮੇਰਾ ਹੁਕਮ ਮੇਰਾ ਪਾਰਟਨਰ ਹੈ, ਜਿਹਨੂੰ ਮੈਂ ਜਾਣਨਾ ਹੈ, ਜਿਹਨੂੰ ਮੈਂ ਰਿਅਲਾਈਜ਼ ਕਰਨਾ ਹੈ, ਜਿਹਨੂੰ ਜਾਣ ਕੇ ਮੈਂ ਹਿਊਮਨ ਪੋਟੈਂਸ਼ੀਅਲ ਨੂੰ ਅੰਡਰਸਟੈਂਡ ਕਰਨਾ ਹੈ। ਕਾਹਦੇ ਲਈ ਜੀਵਨ ਹੈ? ਦੁੱਖ ਔਰ ਸੁੱਖ ਛੱਡ ਕੇ ਆਨੰਦ ਲੈਣਾ ਹੈ। ਵਪਾਰ ਤੇ ਕੋਈ ਬਹੁਤਾ ਲਾਸ ਵਾਲਾ ਨਹੀਂ ਦਿਖਦਾ, ਫਿਰ ਮੈਂ ਕਰਦਾ ਕਿਉਂ ਨਹੀਂ ਹਾਂ? ਮੇਰੇ ਮਨ ਦਾ ਕਿਹੜਾ ਐਕਸਪੀਰੀਅੰਸ ਮੈਨੂੰ ਰੋਕਦਾ ਹੈ? ਮੇਰੇ ਮਨ ਦਾ ਕਿਹੜਾ ਹਿੱਸਾ ਮੈਨੂੰ ਕਹਿ ਰਿਹਾ ਹੈ ਕਿ ਇਹ ਗਲਤ ਡੀਲ ਹੈ, ਟ੍ਰੇਡ ਆਫ ਨਹੀਂ ਠੀਕ ਹੈ? ਕੰਫਰਟ ਜ਼ੋਨ ਈਗੋ ਦੀ ਬੜੀ ਹੁੰਦੀ ਹੈ, ਹੰਕਾਰ ਵਿੱਚ ਇੱਕ ਬੜੀ ਕੰਫਰਟ ਜ਼ੋਨ ਹੈ।
ਕਈ ਵਾਰ ਹਨੇਰੇ ਨੂੰ ਵੀ ਮੈਂ ਕੰਫਰਟ ਮੰਨਦਾ ਵਾਂ। ਮੈਂ ਜੋਤ ਵੱਲ ਜਾਣਾ ਹੀ ਨਹੀਂ ਚਾਹੁੰਦਾ, ਕਿਉਂਕਿ ਹਨੇਰਾ ਇੰਨਾ ਜ਼ਿਆਦਾ ਦੇਖ ਲਿਆ ਹੁੰਦਾ ਹੈ। ਉਦਾਸੀ ਕਈ ਵਾਰ ਇੰਨੀ ਲੰਬੀ ਹੋ ਜਾਂਦੀ ਹੈ ਕਿ ਉਦਾਸੀ ਹੀ ਮੈਂ ਭਾਰ ਲੱਭਦਾ ਵਾਂ। ਫਿਰ ਹੋ ਸਕਦਾ ਹੈ, ਪੋਸੀਬਲ। ਕੀ ਦਾਰੂ ਹੈ ਸਾਡੀ, ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ। ਅਸੀਂ ਜਿਹੜੇ ਜੀਵਨ ਨੂੰ ਜੀ ਰਹੇ ਹਾਂ, ਅਸੀਂ ਜਿਸ ਤਰ੍ਹਾਂ ਜੀਵਨ ਦੀ ਕਲਾ ਵਿੱਚ ਉਤਰ ਰਹੇ ਹਾਂ, ਅਸੀਂ ਜਿਸ ਤਰ੍ਹਾਂ ਜੀਵਨ ਨੂੰ ਜਾਣਦੇ ਹਾਂ, ਗੁਰੂ ਸਾਹਿਬ ਸਾਨੂੰ ਹੁਕਮ ਦੇ ਰਾਹੀਂ ਇਹ ਦੱਸਦੇ ਹੈ ਕਿ ਥੋੜਾ ਦੇਖੋ ਆਲੇ ਦੁਆਲੇ ਕੁਝ ਹੋਰ ਵਰਤ ਰਿਹਾ ਹੈ। ਇਹ ਸਾਡਾ ਔਰ ਇਹ ਤੁਹਾਡੀ ਨਿਰੀ ਸਾਡੀ ਸੋਚ ਦੀ ਵਾਲੀ ਗੱਲ ਨਹੀਂ ਹੈ। ਇਹ ਨਿਰੀ ਮੇਰੇ ਜੀਵਨ ਬਾਰੇ ਗੱਲ ਨਹੀਂ ਹੈ। ਇੱਥੇ ਤਾਂ ਹੁਕਮ ਵਰਤਦਾ ਪਿਆ ਹੈ, ਮੈਂ ਉਹਦੇ ਵਿੱਚ ਪਾਰਟ ਹਾਂ। ਜਿਵੇਂ ਇੱਕ ਨਦੀ ਬਹਿ ਰਹੀ ਹੋਏ ਔਰ ਮੈਂ ਉਸ ਨਦੀ ਦੇ ਅੰਦਰ ਹਾਂ, ਔਰ ਉਹ ਚੱਲ ਰਹੀ ਹੈ, ਚੇਂਜ ਕਰਦੀ ਜਾ ਰਹੀ ਹੈ ਜੀਵਨ ਨੂੰ, ਔਰ ਮੈਨੂੰ ਹੱਥ ਪੱਲੇ ਕੁਝ ਆ ਹੀ ਨਹੀਂ ਰਿਹਾ, ਕੋਈ ਸਟੇਬਿਲਿਟੀ ਹੈ ਹੀ ਨਹੀਂ ਹੈ। ਉਹਦੇ 'ਚ ਕੁਛ ਮੈਂ ਦੋਸ਼ ਕਰਮਾਂ ਦਾ ਦਿਆਂਗਾ, ਕੁਛ ਮੈਂ ਇਨਐਬਿਲਿਟੀ ਟੂ ਅੰਡਰਸਟੈਂਡ ਮਾਈ ਸਿਚੁਏਸ਼ਨ। ਮੈਂ ਸਮਝ ਹੀ ਨਹੀਂ ਪਾ ਰਿਹਾ ਕਿ ਜੀਵਨ ਦਰਅਸਲ ਹੈ ਕੀ। ਇੱਥੇ ਨਵੇਂ ਸਾਈਟਸ ਆਉਂਦੇ ਆ, ਨਵੇਂ ਚੇਂਜਸ ਆਉਂਦੇ ਆ, ਮੇਰੇ ਤੇ ਕਿਸ ਤਰ੍ਹਾਂ ਇੰਪੈਕਟ ਕਰਦੇ ਆ, ਮੈਨੂੰ ਕਿਸ ਤਰ੍ਹਾਂ ਇਹਦਾ ਗਿਆਨ ਹੋ ਸਕਦਾ ਕਿ ਜੀਵਨ ਦਰਅਸਲ ਹੈ ਕੀ। ਜਦੋਂ ਹਉਮੈ ਸਾਡੀ ਜਾਏਗੀ, ਸ਼ਾਇਦ ਸਾਹਿਬ ਸਮਝਾਉਂਦੇ ਨੇ, ਉਦੋਂ ਸਾਨੂੰ ਸਮਝ ਆਏਗੀ। ਜਦੋਂ ਅਸੀਂ ਇਸ ਮਾਰਗ ਨੂੰ ਟੁਰਨਾ ਸ਼ੁਰੂ ਕਰਾਂਗੇ, ਉਹਦੇ ਵਿੱਚ ਇਨੀਸ਼ੀਅਲੀ ਤਾਂ ਸਾਨੂੰ ਇਮੈਜੀਨੇਸ਼ਨ ਵਰਤਣੀ ਪਏਗੀ, ਕਿਉਂਕਿ ਮੈਨੂੰ ਕੋਈ ਗਿਆਨ ਨਹੀਂ ਹੈ ਕਿ ਅੱਗੇ ਕੀ ਹੈ। ਪਰ ਮੈਂ ਇਮੈਜਨ ਕਰ ਸਕਦਾ ਕਿ ਮੈਂ ਗੁਰੂ ਦਾ ਸਿੱਖ ਹਾਂ, ਗੁਰੂ ਹੈ, ਗੁਰੂ ਦੀ ਬਾਣੀ ਹੈ। ਸ਼ਾਂਤ ਹੋ ਕੇ ਮੈਂ ਆਪਣੇ ਮਨ ਨੂੰ ਗੁਰੂ ਦੀ ਬਾਣੀ ਵਿੱਚ ਲੀਨ ਕਰਾਂ, ਫਿਰ ਸਾਨੂੰ ਕੁਝ ਸਵਾਦ ਆਉਣਾ ਸ਼ੁਰੂ ਹੋ ਜੇ। ਸ਼ਾਇਦ ਅਸੀਂ ਜਾਣ ਸਕੀਏ ਕਿ ਇਹ ਜੀਵਨ ਕਨਫਿਊਜ਼ਨ ਔਰ ਕਿਓਸ ਨਹੀਂ ਹੈ, ਬਿਊਟੀ ਔਰ ਆਨੰਦ ਹੈ। ਹੁਕਮ ਮੰਨੀਏ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਏ ਸੀ। ਮੈਂ ਤਾਂ ਮਹਾਰਾਜ ਕਹਿੰਦੇ ਮਹਿਲ ਮਿਲੇਗਾ, ਮਤਲਬ ਕੀ ਹੈ? ਐਕਸਪੈਂਡਿੰਗ ਸਿਚੁਏਸ਼ਨ, ਸਟੇਬਿਲਿਟੀ। ਪ੍ਰਵਾਨ ਹੋ ਜਾਏ, ਜਦੋਂ ਪ੍ਰਵਾਨ ਤਾਂ ਗੁਰੂ ਪ੍ਰਸਾਦ ਹੀ ਕਰੇਗਾ। ਜਦੋਂ ਪ੍ਰਵਾਨ ਹੋ ਜਾਵਾਂਗੇ ਤਾਂ ਹੀ ਜਾਣ ਪਾਵਾਂਗੇ, ਜਦੋਂ ਸਾਨੂੰ ਗੱਲ ਨਾਲ ਲਾ ਲੇਗਾ। ਇਹ ਵੀ ਡਾਊਟ ਨਹੀਂ ਹੋਣਾ ਚਾਹੀਦਾ ਕਿ ਨਹੀਂ ਲਾਏਗਾ। ਭਗਤ ਕਬੀਰ ਦੇ ਕਿੰਨੇ ਪਿਆਰੇ ਸ਼ਬਦ ਨੇ, ਉਹ ਤਾਂ ਆਪਣੀ ਡੇਲੀ ਰਿਕੁਆਇਰਮੈਂਟਸ ਵੀ ਉਹਦੇ ਅੱਗੇ ਰੱਖਦੇ ਆ। ਜਿਵੇਂ ਅਸੀਂ ਕਰਿਆਨੇ ਵਾਲੇ ਨੂੰ ਆਰਡਰ ਕਰਦੇ ਹਾਂ, ਇਵੇਂ ਉਹ ਤਕੀਆ ਵੀ ਆਰਡਰ ਕਰਦੇ ਆ, ਖਾਣਾ ਵੀ ਆਰਡਰ, ਘਿਓ ਵੀ ਆਰਡਰ ਕਰਦੇ ਆ, ਸਭ ਸਮਾਨ ਆਰਡਰ ਕਰਦੇ ਆ। ਜਿਵੇਂ ਰੱਬ ਹਾਜ਼ਰ ਖੜਾ ਹੋਏ, ਨਾਲ ਉਹਨੂੰ ਲਾਂਭਾ ਵੀ ਦੇ ਦਿੰਦੇ ਆ। ਪ੍ਰੇਮ ਵਿੱਚ ਲਾਂਭਾ ਵੀ ਚੱਲਦਾ। ਕਹਿੰਦੇ ਨੇ ਮਾਲਾ ਤੇਰੀ ਧਰੀ ਹੈ। ਜਦੋਂ ਜੁੜ ਗਿਆ ਮਨ, ਮੈਂ ਨਹੀਂ ਰਿਹਾ, ਫਿਰ ਤਾਂ ਸਭ ਮੰਗ ਲੈਂਦੇ, ਪਰ ਪ੍ਰੇਮ ਦੇ ਅੰਦਰ। ਦਰਅਸਲ ਉਹ ਐਕਸ਼ਨਸ ਜਿਹੜੇ ਮੇਰੀ ਈਗੋ ਨੂੰ ਰੀਅਫਰਮ ਕਰਨਗੇ, ਹੰਕਾਰ ਨੂੰ ਰੀਅਫਰਮ ਕਰਨਗੇ, ਉਹ ਮੈਨੂੰ ਦੁੱਖ ਦੇਣਗੇ। ਉਹ ਐਕਸ਼ਨ ਜਿਹਦੇ 'ਚ ਮੈਂ ਆਪਣਾ ਮਨ ਅਰਪਣ ਕਰ ਦਿਆਂਗਾ ਉਹਦੇ ਅੱਗੇ, ਉਹ ਸਦਾ ਲਈ ਮੈਨੂੰ ਸੁੱਖ ਦੇਣ ਦੇ ਪੋਟੈਂਸ਼ੀਅਲ ਰੱਖਦੇ ਹੈ। ਔਰ ਇਹ ਜੀਵਨ ਇਸ ਤਰ੍ਹਾਂ ਵੀ ਹੈ ਕਿ ਬੀਜਾਂ ਦੀ ਤਰ੍ਹਾਂ ਹੈ ਕਿ ਅਸੀਂ ਬੀਜ ਬੋ ਦਿੱਤੇ ਜੀਵਨ ਵਿੱਚ, ਆਉਣ ਵਾਲੇ ਸਮੇਂ ਵਿੱਚ ਉਹ ਜ਼ਰੂਰ ਅੰਕੁਰ ਲੈਣਗੇ, ਪੋਟਾਸ ਲੈਣਗੇ। ਪਿਛਲ ਜਨਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਬੈਰਾਗੀ। ਕਹਿੰਦੇ ਨਾ ਅੰਕੁਰ ਕੁਝ ਬੀਜੇ ਹੈ ਭਾਈ, ਆ ਗਏ ਸਾਹਮਣੇ। ਤਾਂ ਅੰਤਰ ਦੀ ਅਰਦਾਸ ਜਿਹੜੀ ਹੈ, ਉੱਥੋਂ ਕਹਾਣੀ ਸ਼ੁਰੂ ਹੋਏਗੀ। ਮੈਂ ਨਹੀਂ ਵੀ ਜਾਣਦਾ ਕਿ ਨਹੀਂ ਜਾਣਦਾ, ਉਹ ਸਭ ਕੁਝ ਜਾਣਦਾ ਹੈ। ਅੰਤਰ ਜਦੋਂ ਮੈਂ ਅਰਦਾਸ ਕਰਾਂਗਾ ਉਹਦੇ ਅੱਗੇ, ਆਪਣੀ ਅਵਸਥਾ ਮੈਨੂੰ ਦੱਸੀਏ ਨਾ ਦੱਸੀਏ, ਸਾਰੇ ਪ੍ਰਸ਼ਨ ਪੁੱਛਣੇ ਬਣਦੇ ਆ, ਸਾਰੇ ਪੁੱਛ ਕੇ ਫਿਰ ਚੱਲਣਾ ਬਣਦਾ ਹੈ। ਜਦੋਂ ਸੱਤ ਕੋਲ ਜਾਈਏ ਤਾਂ ਕੁਝ ਕਰੀਏ ਨਾਲ, ਜੀਵਨ ਪਲਟੀਏ, ਸਾਰੇ ਪ੍ਰਸ਼ਨ ਪੁੱਛ ਲਈਏ, ਜ਼ਰੂਰ ਪੁੱਛੀਏ। ਮਨ ਤੇ ਪ੍ਰਸ਼ਨ ਮੁੱਕਣਗੇ ਤਾਂ ਹੀ ਮਨ ਤੁਰਨ ਵਾਸਤੇ ਰਾਜ਼ੀ ਹੋਏਗਾ। ਡਾਊਟ ਜਾਣਗੇ
ਤਾਂ ਹੀ ਅੱਗੇ ਉਤਰੇਗਾ। ਅਲਟੀਮੇਟ ਡਾਊਟ ਤੇ ਤਾਂ ਹੀ ਜਾਣਗੇ ਜਦੋਂ ਦਰਸ਼ਨ ਆਣਗੇ ਸਾਹਮਣੇ। ਪਰ ਅੱਜ ਦੇ ਡਾਊਟ ਜਿਹੜੀ એનર્ਜੀ ਨੂੰ ਡਿਸਿਪੇਟ ਕਰਦੇ ਪਏ ਹੈ, ਜਿਨ੍ਹਾਂ ਨਾਲ ਮੇਰੀ ਸ਼ਕਤੀ ਘਟਦੀ ਜਾਂਦੀ ਹੈ, ਉਹ ਜਾਣਗੇ ਨਾ, ਤਾਂ ਹੀ ਤੇ ਮਨ ਟੁਰੇਗਾ। ਕਿਉਂਕਿ ਇਹਦੇ ਵਾਸਤੇ ਵੀ એનર્ਜੀ ਚਾਹੀਦੀ ਹੈ, ਇਸ ਅਭਿਆਸ ਵਾਸਤੇ ਵੀ ਸ਼ਕਤੀ ਚਾਹੀਦੀ ਹੈ। ਮੇਰਾ ਜੀਵਨ ਮੇਰਾ ਸੈਂਟਰ ਨਹੀਂ ਹੈ, ਹੁਕਮ ਸੈਂਟਰ ਹੈ। ਇਹਨੂੰ ਬਦਲਣਾ ਹੈ, ਇਹਨੂੰ ਬਦਲ ਕੇ ਚੱਲਣਾ ਹੈ, ਜਿਵੇਂ ਸਮਝਾ ਰਹੇ ਹਨ ਗਾਵੋ ਸੱਚੀ ਬਾਣੀ। ਫਿਰ ਇਹਦੇ ਵਿੱਚ ਇੱਕ ਸੈਂਸ ਆਫ ਰਿਲੈਕਸੇਸ਼ਨ ਵੀ ਹੈ, ਜਦੋਂ ਅਸੀਂ ਜਾਣਿਆ ਕਿ ਦੂਸਰਾ ਹੁਕਮ ਸਾਡੇ ਨਾਲ ਹੈ। ਇਕੱਲਾ ਨਹੀਂ ਰਹਿ ਜਾਂਦਾ ਫਿਰ ਇਨਸਾਨ। ਫਿਰ ਹੁਕਮ ਦੇ ਨੇੜੇ ਕਿਸ ਤਰ੍ਹਾਂ ਜਾਣਾ ਹੈ, ਇਹ ਵਿਧੀਆਂ ਸਾਨੂੰ ਵਰਤਣੀਆਂ ਨੇ। ਉਹਨਾਂ ਨੂੰ ਵਰਤਦੇ ਹੋਏ ਫਿਰ ਅਸੀਂ ਜੀਵਨ ਨੂੰ ਹੋਰ ਗਹਿਨ ਰੂਪ ਨਾਲ ਜਾਣ ਪਾਵਾਂਗੇ। ਜਦ ਗੁਰਪ੍ਰਸਾਦ ਦੀ ਉਡੀਕ ਰੱਖਣੀ ਹੈ। ਅਸੀਂ ਚਰਨ ਸ਼ਰਨ ਦੀ ਵਿਚਾਰ ਕਈ ਵਾਰੀ ਕੀਤੀ, ਉਸ ਪੌੜੀ ਦੀ। ਸਤਿਗੁਰੂ ਵੀ ਉਡੀਕਦੇ ਹੈ, ਪਰ ਭਾਵਨਾ ਕਰਕੇ ਉਡੀਕਦੇ ਹੈ। ਦੇਖੋ, ਕੋਈ ਸਿੱਖ ਔਰ ਗੁਰੂ ਫਿਜ਼ੀਕਲੀ ਨੇੜੇ ਹੋਣ ਨਾ ਹੋਣ, ਸਾਡੇ ਕੋਲ ਐਗਜ਼ਾਮਪਲ ਨੇ ਹਿਸਟਰੀ 'ਚੋਂ ਕਿ ਭਾਵਨਾ ਨਾਲ ਹੀ ਗੁਰੂ ਜਾਣ ਗਿਆ। ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦੀ ਕਥਾ ਹੈ। ਉਹ ਕਸ਼ਮੀਰ ਚਲੇ ਗਏ ਬੀਬੀ ਕੋਲ, ਉਹਨੇ ਮਹਾਰਾਜ ਲਈ ਰਜਾਈ ਬਣਾ ਕੇ ਰੱਖੀ ਸੀ। ਜਾਣੀ ਜਾਣ ਨੇ ਭਾਵਨਾ ਤਾਂ ਪਹਿਲੇ ਕਨੈਕਟ ਕਰਦੀ ਹੈ। ਤਾਂ ਅਸੀਂ ਰੋਈਏ ਵੀ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਰੋਈਏ, ਉਹ ਸਭ ਜਾਣਦਾ ਹੈ। ਅਸੀਂ ਇਸ ਲੰਬੇ ਵਿੱਚ ਰੋਈਏ ਕਿ ਮੇਰੇ ਨਾਲ ਕਿਉਂ ਦੁੱਖ ਹੋਇਆ, ਤਾਂ ਫਿਰ ਅਸੀਂ ਆਪ ਹੀ ਦਰਵਾਜ਼ੇ ਬੰਦ ਕਰ ਦਿੰਦੇ ਹਾਂ। ਅਸੀਂ ਈਗੋ ਸੈਂਟਰ ਆਪਣਾ ਸਟਰੋਂਗ ਕਰਨ ਦੇ ਵਿੱਚ ਲੱਗੇ ਹੋਏ ਹਾਂ। ਹੋ ਸਕਦਾ ਸਾਨੂੰ ਉੱਥੋਂ ਕੁਝ ਮਿਲਦਾ ਪਿਆ ਹੋਏ, ਇਹ ਹਾਲੇ ਗਿਆਨ ਨਾ ਹੋਏ। ਜਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਫੱਟੀ ਹੈ ਸੱਚ ਦੀ, ਉਹ ਅਸੀਂ ਦੇਖੀ ਨਹੀਂ। ਰੇਗਿਸਤਾਨ ਵਿੱਚ ਦੁਨੀਆ ਗਵਾਚੀ ਹੈ ਤੇ ਗੁਰੂ ਨਾਨਕ ਲਿਖਦਾ ਹੈ ਕਿ ਸੱਚ ਚੜ੍ਹ ਨਾ ਪਾਈ। ਸਤਨਾਮ ਅਸੀਂ ਉਹ ਪੜ੍ਹਿਆ ਨਹੀਂ, ਪੜ੍ਹਿਆ ਤੇ ਅਣਦੇਖਾ ਕਰਤਾ, ਆਪਣੇ ਵਿੱਚ ਬੁੱਝਿਆ ਨਹੀਂ, ਕਹਿ ਦਿੱਤਾ ਮੈਂ ਜਾਣ ਲਿਆ। ਇਸ ਤਰ੍ਹਾਂ ਦਾ ਦੋਸ਼ ਨਾ ਹੋਏ ਮਹਾਰਾਜ ਕਿ ਸ਼ਬਦਾਂ ਔਰ ਅੱਖਰ ਵਿੱਚ ਹੀ ਮੈਂ ਗਵਾਚ ਜਾਵਾਂ, ਉਹਨੂੰ ਅਮਲ ਵਿੱਚ ਨਾ ਲਿਆਵਾਂ। ਕਿਉਂਕਿ ਗੁਰੂ ਤਾਂ ਹੀ ਪਿਆਰ ਦੇਗਾ ਜਦੋਂ ਅਮਲ ਵੱਲ ਟੁਰਾਂਗੇ, ਔਰ ਪਿਆਰ ਜ਼ਰੂਰ ਦੇਗਾ। ਇਹ ਭਰੋਸਾ ਮਨ ਵਿੱਚ ਬਣਨਾ ਬਹੁਤ ਜ਼ਰੂਰੀ ਹੈ ਕਿ ਜਦੋਂ ਗੁਰੂ ਦਾ ਪ੍ਰੇਮ ਮਿਲੇਗਾ ਸਾਨੂੰ, ਕਹਿੰਦੇ ਨੇ ਉਹ ਸਭ ਕੁਝ ਫਿਰ ਸਭ, ਜਦੋਂ ਕੰਠ ਲਾਏਗਾ ਅਵਗੁਣ ਸਭ ਮਿਟੇ, ਕੰਠ ਲਾਏ ਅਵਗੁਣ ਸਭ ਮਿਟੇ, ਸਾਰੇ ਅਵਗੁਣ ਮੇਰੇ ਮਿਟਾ ਦੇਗਾ। ਪਰਫੈਕਸ਼ਨ ਦੁਨੀਆ ਲੱਭਦੀ ਹੈ, ਕਿੱਥੇ ਹੈ ਪਰਫੈਕਸ਼ਨ? ਗੁਰੂ ਕੋਲ ਹੈ। ਸਟੇਟ ਆਫ ਬੀਇੰਗ ਹੈ, ਡੂਇੰਗ ਨਹੀਂ ਹੈ। ਡੂਇੰਗ ਵਿੱਚ ਉਸ ਤਰ੍ਹਾਂ ਦੀ ਪਰਫੈਕਸ਼ਨ ਨਹੀਂ ਹੈ ਜਿਸ ਤਰ੍ਹਾਂ ਅਸੀਂ ਲੱਭਦੇ ਹਾਂ। ਬੀਇੰਗ ਵਿੱਚ ਹੈ। ਬੀਇੰਗ ਮਤਲਬ ਨਾ ਕਰਨ 'ਚ ਹੈ, ਉਨਮਨ ਦੀ ਅਵਸਥਾ 'ਚ ਹੈ। ਜਿਸ ਤਰ੍ਹਾਂ ਬੇਗਮਪੁਰਾ ਦੀ ਗੱਲ ਭਗਤ ਰਵਿਦਾਸ ਨੇ ਸਾਨੂੰ ਕੀਤੀ, ਬੜਾ ਖੁੱਲ੍ਹ ਕੇ ਸਮਝਾਇਆ ਹੈ। ਹੋਰ ਕੀ ਪਰਫੈਕਸ਼ਨ ਹੋ ਸਕਦੀ ਹੈ ਜਿੱਥੇ ਨਾ ਦੁੱਖ ਹੈ, ਨਾ ਐਂਗਜ਼ਾਇਟੀ ਹੈ, ਨਾ ਫਿਕਰ ਹੈ, ਨਾ ਡਰ ਹੈ, ਨਾ ਗਲਤੀ ਹੈ, ਨਾ ਉਹਦੀ ਮਿਹਰ ਕਦੇ ਅਟਕਦੀ ਹੈ, ਉਹਦੀ ਮਿਹਰ ਸਦਾ ਰਹਿੰਦੀ ਹੈ। ਨਾ ਉਹਦੇ ਪਤਝੜ ਹੈ, ਐਵਰ ਗ੍ਰੀਨ ਹੈ, ਆਵਾਗਾਮ ਸਦਾ ਮਸ਼ਹੂਰ, ਉਹਾਂ ਗਮੀ ਵਸੇ ਮਾਮੂਰ। ਔਰ ਉੱਥੇ ਜਿਉਂ ਮੈਂ ਚਾਹੁੰਦਾ ਮੈਂ ਕਰਦਾ, ਤਿਉਂ ਤਿਉਂ ਸੈਲ ਕਰੇ ਜੋ ਪਾਵੇ, ਮਹਿਰਮ ਮਹਿਲ ਨਾ ਕੋ ਅਟਕਾਵੇ। ਪਰਫੈਕਸ਼ਨ ਹੈ, ਬਿਊਟੀ ਹੈ, ਆਨੰਦ ਹੈ, ਪਰ ਉਹਦਾ ਪੈਰਾਡਾਈਮ ਮਨ ਦੀ ਉਹਨਾਂ ਅਵਸਥਾ ਵਿੱਚ ਹਨ ਜਿੱਥੇ ਮੈਂ ਨਹੀਂ ਹੈ। ਮੈਂ ਦੇ ਅੰਦਰ ਇਹਨੂੰ ਲੱਭਾਂਗੇ ਤੇ ਘੁੰਮਦੇ ਹੀ ਰਹਾਂਗੇ। ਮੈਂ ਦੇ ਅੰਦਰ ਸੁੱਖ ਲੱਭਾਂਗੇ ਤੇ ਦੁੱਖ ਹੀ ਆਏਗਾ ਨਾਲ। ਮਹਾਰਾਜ ਆਪ ਅੱਗੇ ਅੱਜ ਦੀ ਸ਼ਬਦ ਦੀ ਵਿਚਾਰ ਹੁਕਮ ਦੀ ਹੈ ਪੌੜੀ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਮੈਨੂੰ ਸਮਝ ਆਇਆ, ਆਪ ਅੱਗੇ ਮੈਂ ਰੱਖੀ ਹੈ। ਭੁੱਲਾਂ ਚੁੱਕਾਂ ਦੀ ਮਾਫੀ ਦੇਣਾ, ਗੁਰੂ ਸਾਰਿਆਂ ਨੂੰ ਪ੍ਰੇਮ ਬਖਸ਼ਣ, ਇਹ ਔਖੇ ਵੇਲੇ ਸਬਰ ਬਖਸ਼ਣ, ਨਾਮ ਬਖਸ਼ਣ, ਆਪਣੀ ਹਜ਼ੂਰੀ ਬਖਸ਼ਣ, ਕਮਾਈ ਬਖਸ਼ਣ ਕੇ ਜੀਵਨ ਦੇ ਦੁੱਖਾਂ ਸੁੱਖਾਂ ਤੋਂ ਉੱਠ ਕੇ ਕੁਝ ਪ੍ਰਾਪਤ ਕਰਕੇ ਜੀਵਨ 'ਚ ਸਰੀਰ ਛੱਡੀਏ।
ਇਹ ਮਹਾਰਾਜ ਸਾਨੂੰ ਨਦਰ ਕਰਨ, ਕਿਰਪਾ ਕਰਨ।